ਇਹ ਝੂਲਦੀਆਂ ਝੰਡੀਆਂ, ਇਹ ਝੂਲਦੇ ਨਿਸ਼ਾਨ ਸਾਹਿਬ, ਇਹ ਕਿਸਾਨੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਕਿਸਾਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਔਰ ਬੀਜੇਪੀ ਦੇ ਇਤਿਹਾਸ ਦੇ ਵਿੱਚ ਇਹ ਲਿਖੀਆਂ ਜਾਣਗੀਆਂ। ਲੋਕ ਕਹਿੰਦੇ ਸੀ ਵੀ ਮੋਦੀ ਹੈ ਤਾਂ ਮੁਮਕਿਨ ਹੈ, ਪਰ ਉਦੋਂ ਪਤਾ ਲੱਗਿਆ ਵੀ ਜੇ ਪੰਜਾਬ ਹੈ, ਜੇ ਪੰਜਾਬ ਦੇ ਕਿਸਾਨ ਹੈ, ਹਰਿਆਣੇ ਦੇ ਕਿਸਾਨ ਹੈ ਤਾਂ ਮੁਮਕਿਨ। ਦੋਹਾਂ ਰਾਜਾਂ ਦੇ ਭਾਈਆਂ ਨੇ ਰਲ ਮਿਲ ਕੇ ਭਾਰਤੀ ਹਕੂਮਤ ਦਾ ਗਰੂਰ ਤੋੜਿਆ। ਬਹੁਤ ਕੁਝ ਮੋਰਚੇ ਦੇ ਵਿੱਚੋਂ ਅਸੀਂ ਖੱਟਿਆ ਤੇ ਬਹੁਤ ਕੁਝ ਗਵਾਇਆ। ਪਹਿਲਾਂ ਵੀ ਕਈ ਕਿਸਾਨ ਹੋਰ ਰਾਜਾਂ ਦੇ ਆਏ, ਪੰਜਾਬ ਨਹੀਂ ਸੀ ਤੁਰਿਆ। ਉਹ ਕਦੇ ਵਿਚਾਰੇ ਗਲ 'ਚ ਹੱਡੀਆਂ ਪਾ ਕੇ ਆਏ, ਕਦੇ ਉਹਨਾਂ ਨੇ ਆਪਦਾ ਪਿਸ਼ਾਬ ਪੀਤਾ, ਕਦੇ ਨੰਗੇ ਪਿੰਡੇ ਬਹਿ ਕੇ। ਸਾਨੂੰ ਸਰਕਾਰ ਜਿਹੜੀ ਆ ਉਹ ਕਾਇਰਤਾ ਦੇ ਨਾਲ ਸਾਨੂੰ ਮਾਰ ਰਹੀ ਹੈ, ਪਰ ਜਿਵੇਂ ਪੰਜਾਬ ਆਇਆ ਤਾਂ ਉਹ ਸਵਾਦ ਹੀ ਵੱਖਰਾ ਸੀਗਾ। ਪਾਣੀ ਦੀਆਂ ਬੁਸ਼ਾਰਾਂ ਉਹਨਾਂ ਨੇ ਕੀਤੀਆਂ, ਗੱਡੀਆਂ ਮੋਰੇ ਬਜਰੀ ਦੀਆਂ ਭਰ ਲਾਤੀਆਂ, ਪਰ ਇੰਨਾ ਜੋਸ਼ ਸੀ ਉਸ ਦਿਨ ਕਿ ਗੱਡੀਆਂ ਨੂੰ ਧੱਕ ਕੇ ਬਿਨਾਂ ਸਟਾਰਟ ਕੀਤੇ ਕਿਤੇ ਪਰੇ ਕਰ ਦਿੱਤਾ ਤੇ ਬੈਰੀਕੇਡ ਤੋੜ ਕੇ ਜਿਹੜੀਆਂ ਹਨੇਰੀਆਂ ਹਵਾਵਾਂ ਉਹ ਰੁਕੀਆਂ ਨਹੀਂ ਤੇ ਆ ਕੇ ਰੁਕੀਆਂ ਤੇ ਸਿੰਘੂ ਜਿਹੜਾ ਬਾਰਡਰ ਆ ਉੱਥੇ ਆ ਕੇ ਕਦੀ ਵੀ ਦੁਆਬਾ ਇੰਨਾ ਉੱਪਰ ਕੇ ਸਾਹਮਣੇ ਨਹੀਂ ਸੀ ਆਇਆ ਜਿੰਨਾ ਇਸ ਐਜੀਟੇਸ਼ਨ ਦੇ ਵਿੱਚ ਦੁਆਬਾ ਉੱਪਰ ਕੇ ਸਾਹਮਣੇ ਆ। ਬੇਸ਼ੱਕ ਸਾਡੇ ਵੱਡੀ ਗਿਣਤੀ ਦੇ ਵਿੱਚ ਸਾਡੇ ਭੈਣਾਂ ਭਰਾ ਵਿਦੇਸ਼ਾਂ ਦੇ ਵਿੱਚ ਗਏ ਆ, ਮਾਇਆ ਦੇ ਖੁੱਲੇ ਗੱਫੇ ਉਹਨਾਂ ਨੇ ਇਸ ਐਜੀਟੇਸ਼ਨ ਦੇ ਵਿੱਚ ਭੇਜਿਆ। ਸਾਡੇ ਤੱਤੇ ਵੀਰ ਜਿਹੜੇ ਮਾਝੇ ਵਾਲੇ ਉਹਨਾਂ ਨੇ ਵੀ ਆਪਣਾ ਕੰਮ ਕੀਤਾ। ਕਦੀ ਅਸੀਂ ਸੋਚਿਆ ਨਹੀਂ ਸੀ ਕਿ ਹਰਿਆਣੇ ਦੇ ਵਿੱਚ ਆ ਕੇ ਉਹਨਾਂ ਨਾਲ ਸਾਂਝ ਪੈ ਜਾਣੀ। ਇਹਨਾਂ ਮਕਾਨਾਂ 'ਚ ਅਸੀਂ ਬੈਠੇ ਹਾਂ, ਕਦੇ ਮਨ 'ਚ ਸੋਚਿਆ ਸੀ ਵੀ ਨੈਸ਼ਨਲ ਹਾਈਵੇ ਤੇ ਛੱਤਾਂ ਪਾ ਕੇ ਅਸੀਂ ਬਵਾਂਗੇ ਤੇ ਸੰਘਰਸ਼ ਲੜਾਂਗੇ। NRI ਭਰਾਵਾਂ ਦਾ ਸਦਕਾ ਅਸੀਂ ਉਹ ਕਹੀਏ ਉਹਨਾਂ ਦਾ ਦੇਣਾ ਕੋਈ ਦੇ ਹੀ ਨਹੀਂ ਸਕਦਾ। ਲੱਗਦਾ ਵੀ ਅਜੇ ਵੀ ਜਿਹੜੀ ਇਹ ਗੱਲਬਾਤ ਵਿੱਚੇ ਰੁਕ ਸਕਦੀ ਆ ਜਾਂ ਤਿੰਨ ਖੇਤੀ ਕਾਨੂੰਨਾਂ ਤੇ ਹੀ ਜਿਹੜੀ ਸਹਿਮਤੀ ਬਣ। ਮੰਗ ਜਿਹੜੀ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦੀ ਆ ਉਹ MSP ਹੈ। 1975 ਨੂੰ ਕਣਕ ਵਿਕੀ ਪੰਜਾਬ 'ਚ, 1975 ਨੂੰ ਉੱਥੇ 350 ਦੀ ਥੈਲੀ ਆਟੇ ਦੀ, ਤੇ ਜਿਹੜੇ ਬਿਹਾਰ ਤੇ ਰਾਜਸਥਾਨ ਦੇ ਜਿਸ ਏਰੀਏ ਸਰਕਾਰ ਨਹੀਂ ਖਰੀਦਦੀ ਉੱਥੇ 1200 ਨੂੰ 1300 ਨੂੰ ਕਣਕ ਵਿਕੀ ਆ, ਉੱਥੇ ਵੀ 350 ਦੀ ਥੈਲੀ। ਕਹਿਣ ਦਾ ਭਾਵ ਲੁੱਟ ਤਾਂ ਕਿਸਾਨ ਦੀ ਹੋਈ ਨਾ। 26 ਜਨਵਰੀ ਨੂੰ ਜਦੋਂ ਨਾ ਇੱਕ ਖਾਸ ਇੱਕ ਪੇਜ ਇੱਥੇ ਰਹੀ ਸੀ ਖਿੱਚ ਦਾ ਕੇਂਦਰ, ਇੱਕ ਵੱਡੀ ਮੇਰੇ ਖਿਆਲ ਕਿੰਨੇ 30 ਫੁੱਟੀ ਟਰਾਲੀ ਸੀ ਜੀ, ਉਹ 32 ਫੁੱਟੀ ਟਰਾਲੀ, ਉਹਦੇ ਵਿੱਚ ਟਰੈਕਟਰ ਟਰਾਲਾ, ਫਿਰ ਉਹਦੇ ਉੱਤੇ ਇੱਕ ਹੋਰ ਟਰੈਕਟਰ ਲੱਦਿਆ ਹੋਇਆ ਤੇ ਬੜਾ ਸੋਹਣਾ ਜਿਹੜਾ ਜਲੌ ਸੀਗਾ ਵੀ ਯਾਰ ਕਿੱਥੇ ਜੰਗ ਲੜਨ ਚੱਲੇ ਹੋ, ਜਿੱਥੋਂ ਟੱਪਦੀ ਹੋਊਗੀ ਲੋਕ ਮੂੰਹ ਟੱਡ ਕੇ ਵੇਖਦੇ ਹੋਣਗੇ ਵੀ ਕਿਆ ਬਾਤ ਆ। ਤਾਂ ਤੇ ਉਹ ਖਿੱਚ ਦੇ ਕੇਂਦਰ ਉਦੋਂ ਲੋਕਾਂ 'ਚ ਉਤਸ਼ਾਹ ਬਹੁਤ ਸੀ, ਸ਼ਕਤੀ ਬਹੁਤ ਸੀ। ਉਹ ਸ਼ਕਤੀ ਜਿਹੜੀ ਆ ਉਹਦੇ ਨਾਲ ਹੀ ਆ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਇੱਥੇ ਬੈਠੀਆਂ ਤੇ ਅੱਜ ਜਿੱਤ ਦੇ ਕਿਨਾਰੇ ਤੇ ਖੜੀਆਂ। ਤੋਂ ਜਿੱਤ ਕੇ ਪਿੰਡਾਂ ਨੂੰ ਜਾਣਾ, ਥੋੜੇ ਦਿਨਾਂ ਤੱਕ ਗੁਰੂ ਭਲੀ ਕਰੇ ਛੇਤੀ ਜਾਈਏ। ਔਰ ਜਿਵੇਂ ਉਦੋਂ 26 ਨੂੰ ਕਾਫਲੇ ਬਣ ਕੇ ਇੱਧਰ ਨੂੰ ਲੋਕ ਆਏ ਸੀ, DJ ਲਾ ਕੇ ਵਾਰਾਂ ਗਾਉਂਦੇ, ਚੌੜੇ ਟਾਇਰਾਂ ਵਾਲੇ ਟਰੈਕਟਰ ਜਿਹੜੇ ਕਹਿੰਦੇ ਵੀ ਦੇਖ ਕੇ ਲੱਗਦਾ ਵੀ ਟੈਂਕ ਆ ਕਿ ਟਰੈਕਟਰ ਆ। ਔਰ ਜਿਹਨੂੰ ਦੇਖ ਕੇ ਜਿਹੜਾ ਭਾਰਤੀ ਮੀਡੀਆ ਉਹ ਹੈਰਾਨ ਹੋ ਗਿਆ ਸੀਗਾ, ਕਿਉਂਕਿ ਉਹਨਾਂ ਨੇ ਬਿਹਾਰ ਦੇ ਯੂਪੀ ਦੇ ਉਹ ਗਰੀਬੜੇ ਕਿਸਾਨ ਦੇਖੇ ਜਿਨ੍ਹਾਂ ਦੀਆਂ ਪੱਗਾਂ ਪਾਟੀਆਂ, ਕਿਰਤੀ ਵਿਚਾਰੇ ਭਗਤ ਬੰਦੇ, ਜਿਨ੍ਹਾਂ ਨੂੰ ਨਾ MSP ਮਿਲਦੀ ਹੈ, ਜਿਨ੍ਹਾਂ ਨੂੰ ਉਹ ਕਿਸੇ ਨੂੰ 50 ਰੁਪਏ, ਕਿਸੇ ਨੂੰ 60 ਰੁਪਏ ਦਿਹਾੜੀ ਮਿਲਦੀ ਹੈ, ਐਡੇ ਬੁਰੇ ਹਾਲ। ਪਰ ਪੰਜਾਬ 'ਚ ਸੱਚੇ ਪਾਤਸ਼ਾਹ ਦੀ ਕਿਰਪਾ, ਅਗਲੇ ਕੋਲ ਭਲਾ ਰੋਟੀ ਨਾ ਪਰ ਸੋਹਣਾ ਖਾਂਦਾ, ਸੋਹਣਾ ਹਣਾਉਂਦਾ, ਅਣਖ ਨਾਲ ਜਿਉਂਦਾ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ। ਤਾਂ ਉਸੇ ਤਰ੍ਹਾਂ ਹੀ ਜਿਹੜਾ ਫਿਰ ਜਾਹੋ ਜਲਾਉਣ ਨਾਲ ਵਾਪਸ ਆਏ। ਇਸ ਜਿੱਤ ਦਾ ਜਿੱਦਣ ਹੀ PM ਮੋਦੀ ਸਾਹਿਬ ਨੂੰ ਐਲਾਨ ਕਰਨਾ ਪਿਆ, ਇਹ ਤਾਂ ਸਾਡੇ ਤੁਸੀਂ ਪੰਜਾਬ ਦੀ ਗੱਲ ਕਰਦੇ ਆ, ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਭੰਗੜੇ ਪੈ ਵਰਲਡ ਦੇ ਵਿੱਚ, ਕਿਉਂਕਿ ਇਹ ਅੰਦੋਲਨ ਜਿਹੜਾ ਸੀ ਕੋਈ ਪੰਜਾਬ ਤੋਂ ਬੇਸ਼ੱਕ ਚੱਲਿਆ ਸੀ, ਪਰ ਅੰਦੋਲਨ ਵਰਲਡ ਦਾ ਬਣ ਗਿਆ। 1 ਸਾਲ ਪਹਿਲਾਂ ਭਾਰਤ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨ ਜਿਹੜੇ ਉਹ ਰੱਦ ਕਰਨ ਦਾ ਐਲਾਨ ਤਾਂ ਹੋ ਚੁੱਕਾ ਹੈ, ਪਰ ਕੁਝ ਯਾਦਾਂ ਜਿਹੜੀਆਂ 1 ਸਾਲ ਪਹਿਲਾਂ ਜਦੋਂ ਕਿਸਾਨ ਬੈਰੀਕੇਡ ਤੋੜਦੇ ਹੋਏ ਭਾਰਤੀ ਸਲਤਨਤ ਦਾ ਜਿਹੜਾ ਕਿ ਹਕੂਮਤ ਦਾ ਮੁਕਾਬਲਾ ਕਰਦੇ ਹੋਏ ਉਹ ਦਿੱਲੀ ਦੇ ਬਾਰਡਰਾਂ ਤੇ ਪਹੁੰਚੇ, ਕੁਝ ਯਾਦਾਂ ਅਜਿਹੀਆਂ ਰਹਿਣਗੀਆਂ ਜਿਹੜੀਆਂ ਉਹ ਦਿੱਲੀ ਸਰਕਾਰ ਨੂੰ, ਭਾਰਤੀ ਹਕੂਮਤ ਨੂੰ ਔਰ ਕਿਸਾਨਾਂ ਦੇ ਚੇਤਿਆਂ ਦੇ ਵਿੱਚ, ਇਹਨਾਂ ਦੀਆਂ ਸੁਰਤਾਂ ਦੇ ਵਿੱਚ ਸਦਾ ਜਿਹੜੀਆਂ ਰਹਿਣਗੀਆਂ। ਇਹ ਨੈਸ਼ਨਲ ਹਾਈਵੇ ਹੈ ਜਿੱਥੇ ਚਿੜੀ ਨਹੀਂ ਸੀ ਫੜਕਦੀ, ਇੰਨਾ ਟ੍ਰੈਫਿਕ ਸੀ, 1 ਸੈਕਿੰਡ ਜਿਹੜਾ ਬੰਦਾ ਰੁਕ ਨਹੀਂ ਸੀ ਸਕਦਾ। ਪਰ ਹੁਣ ਇਸ ਨੈਸ਼ਨਲ ਹਾਈਵੇ ਦੇ ਉੱਤੇ ਇਹ ਜਿਹੜੇ ਪੱਕੇ ਮਕਾਨ ਕਿਸਾਨਾਂ ਨੇ ਅੱਜ ਤੋਂ 7-8 ਮਹੀਨੇ ਪਹਿਲਾਂ ਬਣਾਏ ਸੀਗੇ, ਉਹ ਇਹ ਇਉਂ ਜਾਪਦਾ ਵੀ ਕਿਤੇ ਪੱਕਾ ਹੀ ਕੋਈ ਪਿੰਡ ਵੱਜ ਗਿਆ ਹੁੰਦਾ। ਖੇਤੀ ਕਾਨੂੰਨ ਰੱਦ ਹੋ ਜਾਣਗੇ ਕੁਝ ਦਿਨਾਂ ਤੱਕ, ਬਾਕੀ ਮੰਗਾਂ ਤੇ ਵੀ ਜਿਹੜੀ ਉਹ ਚਰਚਾ ਚੱਲ ਰਹੀ ਹੈ। ਤਾਂ ਇਹ ਝੂਲਦੀਆਂ ਝੰਡੀਆਂ, ਇਹ ਝੂਲਦੇ ਨਿਸ਼ਾਨ ਸਾਹਿਬ, ਇਹ ਕਿਸਾਨੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਕਿਸਾਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਔਰ ਬੀਜੇਪੀ ਦੇ ਇਤਿਹਾਸ ਦੇ ਵਿੱਚ ਇਹ ਲਿਖੀਆਂ ਜਾਣਗੀਆਂ। ਵੀ ਜਦੋਂ ਸਰਕਾਰ ਨੇ ਐਲਾਨ ਕੀਤਾ ਸੀਗਾ ਵੀ ਤੁਸੀਂ ਤਾਂ ਜੀ ਹਰਿਆਣਾ ਨਹੀਂ ਟੱਪਦੇ, ਹਰਿਆਣਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਲੋਕ ਕਹਿੰਦੇ ਸੀ ਵੀ ਮੋਦੀ ਹੈ ਤਾਂ ਮੁਮਕਿਨ ਹੈ, ਪਰ ਉਦੋਂ ਪਤਾ ਲੱਗਿਆ ਵੀ ਜੇ ਪੰਜਾਬ ਹੈ, ਜੇ ਪੰਜਾਬ ਦੇ ਕਿਸਾਨ ਹੈ, ਹਰਿਆਣੇ ਦੇ ਕਿਸਾਨ ਹੈ ਤਾਂ ਮੁਮਕਿਨ ਹੈ। ਦੋਹਾਂ ਰਾਜਾਂ ਦੇ ਭਾਈਆਂ ਨੇ ਰਲ ਮਿਲ ਕੇ ਭਾਰਤੀ ਹਕੂਮਤ ਦਾ ਗਰੂਰ ਤੋੜਿਆ। ਆਹ ਦੇਖੋ ਕਿਸਾਨ ਯੂਨੀਅਨ ਦੁਆਬਾ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਨੀ, ਗੁਰਮੁਖ ਸਿੰਘ, ਸਾਰੇ ਇਹਨਾਂ ਦੇ ਕਿਸਾਨ ਲੀਡਰਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਤੇ ਪੱਕੇ ਮਕਾਨ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਬਣੇ ਹੋਏ ਆ, ਇਹ ਬਣੇ ਤਾਂ ਸੀ। ਆਓ ਅੱਜ ਫਿਰ ਹੁਣ ਦੇ ਹਾਲਾਤਾਂ ਮੁਤਾਬਕ ਜਿੱਥੇ ਹੁਣ ਸਿਚੁਏਸ਼ਨ ਖਲੋਤੀ ਹੈ
ਉਹ ਕਿਸਾਨ ਲੀਡਰਾਂ ਨਾਲ ਗੱਲਬਾਤ ਵੀ ਕਰਾਂਗੇ। ਅਸੀਂ ਪਹਿਲਾਂ ਵੀ ਖੈਰੇ ਤੁਹਾਨੂੰ ਦਿਖਾ ਚੁੱਕੇ ਹਾਂ, ਇੱਥੇ ਏਸੀ ਵਗੈਰਾ ਲੱਗੇ ਆ, ਕਮਰੇ ਸਾਰੇ ਪੂਰੇ ਜਿਹੜੇ ਆ ਉਹ ਬਾਲਿਆਂ ਵਾਲੀ ਛੱਤ ਜਿੱਦਾਂ ਪਿੰਡਾਂ ਦੇ ਵਿੱਚ ਹੁੰਦਾ ਨਾ, ਉਹ ਸਾਰੀਆਂ ਪੱਕੀਆਂ ਜਿਹੜੀਆਂ ਇਹਨਾਂ ਨੇ ਉਹ ਕੰਧਾਂ ਉਸਾਰ ਕੇ ਛੱਤਾਂ ਪਾਈਆਂ ਹੋਈਆਂ। ਤੇ ਅਸੀਂ ਕਿਸਾਨ ਆਗੂਆਂ ਦੇ ਨਾਲ ਹੁਣ ਦੇ ਹਾਲਾਤਾਂ ਮੁਤਾਬਕ ਜਿਹੜੀ ਉਹ ਗੱਲਬਾਤ ਵੀ ਕਰਾਂਗੇ ਵੀ ਥੋੜੇ ਦਿਨਾਂ ਤੱਕ ਮਸਲਾ ਹੱਲ ਹੋ ਜਾਣਾ ਤੇ ਫਤਿਹ ਹੋ ਜਾਣੀ ਆ, ਫਿਰ ਪਿੰਡਾਂ ਨੂੰ ਵੀ ਜਾਣਾ। ਬਹੁਤ ਕੁਝ ਮੋਰਚੇ ਦੇ ਵਿੱਚੋਂ ਅਸੀਂ ਖੱਟਿਆ ਤੇ ਬਹੁਤ ਕੁਝ ਗਵਾਇਆ ਵੀ ਆ। ਤਾਂ ਇਹ ਸਾਰੇ ਦਾ ਸਾਰਾ ਜਿਹੜਾ 1 ਸਾਲ ਦਾ ਸਫ਼ਰ ਰਿਹਾ ਜ਼ਿੰਦਗੀ ਦਾ, ਉਹ ਕਿੰਨਾ ਅਹਿਮ ਸੀਗਾ ਔਰ ਕਿੰਨੀ ਵੱਡੀ ਕੀਮਤ ਜਿਹੜੀ ਹੈ ਕਿਸਾਨਾਂ ਨੇ ਅਦਾ ਕੀਤੀ। ਜਿੱਦਾਂ ਮੈਂ ਪਹਿਲਾਂ ਕਿਹਾ ਵੀ ਹਕੂਮਤ ਦਾ ਇਹ ਜਿਹੜਾ ਕਿ ਉਹ ਅੰਦਾਜ਼ਾ ਸੀ ਵੀ ਅਸੀਂ ਤੇ ਇਹਨਾਂ ਨੂੰ ਹਰਿਆਣਾ ਨਹੀਂ ਟੱਪਣ ਦਿੰਦੇ, ਔਰ ਕਈ ਕਿਸਾਨ ਲੀਡਰ ਵੀ ਕਹਿੰਦੇ ਸੀ ਵੀ ਜਿੱਥੇ ਰੋਕਤਾ ਅਸੀਂ ਬਹਿ ਜਾਾਂਗੇ। ਪਰ ਜਵਾਨੀ ਜਿਹੜੀ ਆ ਬਹੁਤ ਕਮਾਲ ਦੀ ਚੀਜ਼ ਆ, ਨੌਜਵਾਨੀ ਜਿਹੜੀ ਆ ਉਹ ਵੱਡਿਆਂ ਦਾ ਜਿਹੜਾ ਗਰੂਰ ਤੋੜ ਦਿੰਦੀ ਆ। ਕਿਸਾਨ ਲੀਡਰ ਆਪਣੇ ਉਹ ਟੋਹਾਣਾ ਬਾਰਡਰ ਤੇ ਬਹਿ ਗਏ ਸਟੇਜ ਲਾ ਕੇ, ਮੁੰਡਿਆਂ ਨੇ ਬੈਰੀਕੇਡ ਤੋੜਤੇ, ਫਿਰ ਨਾਲ ਆਉਣਾ ਪਿਆ। ਖੈਰ ਇੱਥੇ ਆ ਕੇ ਕਿਸਾਨ ਲੀਡਰਾਂ ਨੂੰ ਬਹੁਤ ਸਤਿਕਾਰ ਮੁੰਡਿਆਂ ਨੇ ਦਿੱਤਾ। ਤਾਂ ਇਹ ਕਮਰਾ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਇਹ 7-8 ਮਹੀਨੇ ਪਹਿਲਾਂ ਪੱਕੇ ਉਹ ਸਾਰੇ ਜਿਹੜੇ ਮਕਾਨ ਹੈਗੇ ਆ, ਉਹ ਆ ਜਿੰਨੀਆਂ ਵੀ ਲੋੜਾਂ ਸੀਗੀਆਂ 1 ਸਾਲ ਦੇ ਵਿੱਚ, ਗਰਮੀ 'ਚ ਗਰਮੀਆਂ ਵਾਲਾ ਪ੍ਰਬੰਧ, ਸਿਆਲਾਂ 'ਚ ਸਿਆਲਾਂ ਵਾਲਾ ਪ੍ਰਬੰਧ, ਉਹ ਸਾਰਾ ਹੀ ਆ। ਕਿਉਂਕਿ ਹਜੇ ਕਹਿੰਦੇ ਵੀ 24 ਤੱਕ ਵੀ ਜੇ ਲੋੜ ਪਈ ਤਾਂ ਅਸੀਂ ਡਟਾਂਗੇ, ਤਾਂ ਉਹ ਕੰਬਲ ਗੱਦੇ ਰਜਾਈਆਂ ਸਭ ਕੁਝ ਹੀ ਆ। ਤਾਂ ਹੁਣ ਜਿਹੜਾ ਅਸੀਂ ਹੁਣ ਦੇ ਹਾਲਾਤਾਂ ਮੁਤਾਬਕ ਜਿਹੜੀ ਆ ਗੱਲਬਾਤ ਕਰਾਂਗੇ ਵੀ ਕਿਵੇਂ ਲੱਗਦਾ ਥੋੜੇ ਦਿਨਾਂ ਨੂੰ ਪਿੰਡਾਂ ਨੂੰ ਵੀ ਮੁੜਨਾ। ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ। ਹਾਂਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਤਾਂ ਮੈਂ ਜਿੱਦਾਂ ਗੱਲ ਕਰਦਾ ਸੀ ਵੀ ਸ਼ੁਰੂਆਤ 'ਚ ਸਰਕਾਰ ਦੀ ਵਾਰ-ਵਾਰ ਇਹੀ ਸਟੇਟਮੈਂਟ ਸੀ, ਬਿਆਨਬਾਜ਼ੀ ਸੀਗੀ ਵੀ ਇਹਨਾਂ ਨੂੰ ਤਾਂ ਜੀ ਹਰਿਆਣਾ ਨਹੀਂ ਟੱਪਣ ਦਿੰਦੇ। ਔਰ ਜਿੱਦਾਂ ਪਹਿਲਾਂ ਵੀ ਕਈ ਕਿਸਾਨ ਇਕੱਠੇ ਹੋ ਕੇ ਨਹੀਂ ਐਡੇ ਵੱਡੇ ਪੱਧਰ ਤੇ ਆਏ, ਹੋਰ ਰਾਜਾਂ ਦੇ ਆਏ, ਪੰਜਾਬ ਨਹੀਂ ਸੀ ਤੁਰਿਆ। ਉਹ ਕਦੇ ਵਿਚਾਰੇ ਗੱਲ 'ਚ ਹੱਡੀਆਂ ਪਾ ਕੇ ਆਏ, ਕਦੇ ਉਹਨਾਂ ਨੇ ਆਪਦਾ ਪਿਸ਼ਾਬ ਪੀਤਾ, ਕਦੇ ਨੰਗੇ ਪਿੰਡੇ ਬਹਿ ਕੇ ਵੀ ਸਾਨੂੰ ਸਰਕਾਰ ਜਿਹੜੀ ਆ ਉਹ ਕਾਇਰਤਾ ਦੇ ਨਾਲ ਸਾਨੂੰ ਮਾਰ ਰਹੀ ਹੈ। ਪਰ ਜਿਵੇਂ ਪੰਜਾਬ ਆਇਆ ਤਾਂ ਉਹ ਸਵਾਦ ਹੀ ਵੱਖਰਾ ਸੀਗਾ। ਕਿਵੇਂ ਲੱਗਦਾ ਤੁਹਾਨੂੰ 1 ਸਾਲ ਪਹਿਲਾਂ ਤੇ ਹੁਣ ਦੇ ਜਿਹੜੇ ਹਾਲਾਤ ਆ? ਦੇਖੋ 1 ਸਾਲ ਪਹਿਲਾਂ ਦਾ ਅੱਜ ਵੀ ਸਾਨੂੰ ਦ੍ਰਿਸ਼ ਯਾਦ ਆ, ਜਦੋਂ ਸਰਕਾਰ ਨੇ ਵੱਖ-ਵੱਖ ਬੈਰੀਗੇਡ ਲਗਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਤੇ ਨਾ ਕਿਤੇ ਅਸੀਂ ਪੰਜਾਬ ਤੋਂ ਇਹ ਕਹਿ ਕੇ ਤੁਰੇ ਸੀ ਕਿ ਜਿੱਥੇ ਬੈਰੀਗੇਡ ਲਗਾ ਦਿੱਤੇ ਅਸੀਂ ਉੱਥੇ ਬੈਠ ਜਾਣਾ। ਪਰ ਜਿਹੜੀ ਸਾਡੀ ਜਵਾਨੀ ਆ, ਤਾਂ ਜਿਹਨੇ ਕਿਸਾਨੀ ਬਚਾਉਣੀ ਆ, ਤਾਂ ਸਾਡੇ ਨੌਜਵਾਨ ਆ, ਤੇ ਨਾਲ ਸਾਡੇ 32 ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਨੌਜਵਾਨ ਆਗੂ ਕਾਫੀ ਨੇ। ਔਰ ਜਦੋਂ ਅਸੀਂ ਜਾ ਕੇ ਬੈਰੀਗੇਟਾਂ ਦੇ ਲਾਗੇ ਆਏ ਆ, ਤੇ ਉਦੋਂ ਦੇਖਿਆ ਕਿ ਨੌਜਵਾਨ ਪਹਿਲਾਂ ਹੀ ਡਟੇ ਹੋਏ ਸੀ, ਔਰ ਨਾਲ ਦੀ ਨਾਲ ਫਿਰ ਅਸੀਂ ਵੀ ਉਹਨਾਂ ਦੇ ਨਾਲ ਡਟ ਗਏ, ਔਰ ਫਿਰ ਬੈਰੀਗੇਡ ਚੱਕ ਕੇ ਉਹਨਾਂ ਦੇ ਜਿਹੜੇ ਆ ਸ਼ੰਭੂ ਮੋਰਚੇ ਵਾਲੇ ਥੱਲੇ ਸਿੱਟੇ, ਤੇ ਪਾਣੀ ਦੀਆਂ ਬੁਸ਼ਾਰਾਂ ਉਹਨਾਂ ਨੇ ਕੀਤੀਆਂ, ਗੱਡੀਆਂ ਮੋਹਰੇ ਬਜਰੀ ਦੀਆਂ ਭਰ ਲਾਤੀਆਂ। ਪਰ ਇੰਨਾ ਜੋਸ਼ ਸੀ ਉਸ ਦਿਨ ਕਿ ਗੱਡੀਆਂ ਨੂੰ ਧੱਕ ਕੇ ਬਿਨਾਂ ਸਟਾਰਟ ਕੀਤੇ ਪਰੇ ਕਰ ਦਿੱਤਾ, ਤੇ ਬੈਰੀਗੇਡ ਤੋੜ ਕੇ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਕਦੀ ਕਰਨਾਲ ਟੋਏ ਪੜ ਦਿੱਤੇ, ਪਾਣੀਪਤ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੀਆਂ ਹਨੇਰੀਆਂ ਹਵਾਵਾਂ ਉਹ ਰੁਕੀਆਂ ਨਹੀਂ, ਤੇ ਆ ਕੇ ਰੁਕੀਆਂ ਤੇ ਸਿੰਘੂ ਜਿਹੜਾ ਬਾਰਡਰ ਆ ਉੱਥੇ ਆ ਕੇ ਰੁਕੀਆਂ। ਤਾਂ ਨਿਸ਼ਚਾ ਕੀਤਾ ਸੀਗਾ ਵੀ ਅਸੀਂ ਉੱਥੇ ਪਹੁੰਚਣਾ। ਹਾਲਾਂਕਿ ਜਿੱਦਾਂ ਤੁਸੀਂ ਵੀ ਕਿਹਾ, ਮੈਂ ਵੀ ਪਹਿਲਾਂ ਗੱਲ ਕੀਤੀ ਵੀ ਅਸੀਂ ਟੋਹਾਣਾ ਬਾਰਡਰ ਤੋਂ ਟੱਪੇ 2 ਵਜੇ ਜੋਗਿੰਦਰ ਸਿੰਘ ਜੀ ਉਗਰਾਹਾ ਉਹਨਾਂ ਦੀ ਸਟੇਜ ਲੱਗੀ, ਉੱਚਾ ਸੀ ਵਾਹਵਾ ਚਬੂਤਰਾ ਜਾਂ 25-30 ਫੁੱਟ ਉੱਚਾ, ਪਤਾ ਨਹੀਂ ਕਾਹਦੇ 'ਤੇ ਸਟੇਜ ਲੱਗੀ ਸੀ। ਅਸੀਂ ਦੇਖਿਆ ਵੀ ਕਿਸਾਨ ਲੀਡਰ ਤਾਂ ਇੱਥੇ ਬਹਿ ਗਏ ਆ, ਤੇ ਮੁੰਡਿਆਂ 'ਚ ਜੋਸ਼ ਬੜਾ। ਕਿਸੇ ਨੇ ਉਹ ਜਿਹੜੇ ਉਹ ਟੋਚਣ ਪਾਉਣ ਵਾਲੇ ਤੁਹਾਡੇ ਦੁਆਬੇ ਦੇ ਮੁੰਡੇ ਆ, ਉਹ ਬੜੇ ਜੋਸ਼ ਦੇ ਲੱਗਾ ਟਰੈਕਟਰ ਲਈ ਜਾਣ। ਜਦੋਂ ਗਾਂਹ ਵੇਖਿਆ ਵੱਡੇ ਪੱਥਰ ਐਂ ਜਾਂਦਾ ਸੀ ਵੀ JCB ਵੀ ਇਹਨਾਂ ਅੱਗੇ ਹੱਥ ਖੜੇ ਕਰ ਜੂਗੀ। ਪਰ ਪਤਾ ਨਹੀਂ ਸੱਚੇ ਪਾਤਸ਼ਾਹ ਦੇ ਕਿੱਥੋਂ ਮੁੰਡਿਆਂ 'ਚ ਜ਼ੋਰ ਆਇਆ, ਹੱਥਾਂ ਨਾਲ ਹੀ ਤੱਕ ਪਰੇ ਕਰਤੇ ਉਹਨਾਂ ਨੇ। ਜੀ ਉਗਰਾਹਾਂ ਸਾਹਿਬ ਦੀ ਜਥੇਬੰਦੀ ਪਿੱਛੇ ਬੈਠ ਗਈ ਸੀ, ਪਰ ਉਸ ਵੇਲੇ ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਤਾਂ ਕਰਾਹਾਂ ਦੀ ਵੀ ਨਹੀਂ ਲੋੜ ਪਈ, ਉਹਨਾਂ ਨੂੰ ਤਾਂ ਬਲਡੋਜ਼ਰਾਂ ਦੀ ਵੀ ਨਹੀਂ ਲੋੜ ਪਈ, ਪਰ ਉਹ ਅਗਾਂਹ ਵੱਧ ਗਏ। ਫਿਰ ਉਗਰਾਹਾਂ ਸਾਹਿਬ ਨੂੰ ਵੀ ਨਾਲ ਜਿਹੜਾ ਉਹ ਆਪਣਾ ਫੈਸਲਾ ਬਦਲਣਾ ਪਿਆ, ਤੇ ਉਹ ਵੀ ਨਾਲ ਸਾਰੇ ਬਾਰਡਰ ਤੋੜ ਕੇ, ਜਿਸ ਤਰ੍ਹਾਂ ਟਿੱਕਰੀ ਬਾਰਡਰ ਸੀ, ਗਾਜੀਪੁਰ ਬਾਰਡਰ ਸੀ, ਇਹ ਸਾਰੇ ਬਾਰਡਰ ਤੋੜ ਕੇ ਅਸੀਂ ਵੱਖ-ਵੱਖ ਦਿੱਲੀ ਦੀਆਂ ਰੂਹਾਂ ਤੇ ਆ ਕੇ ਅਸੀਂ ਬੈਠ ਗਏ। ਔਰ ਇੱਥੇ ਆ ਕੇ ਬੈਠਣ ਦਾ ਸਾਡਾ ਇੱਕ ਮਕਸਦ ਸੀ, ਔਰ ਇੱਥੇ ਆ ਕੇ ਅਸੀਂ ਇੱਕ ਮੀਟਿੰਗ ਕੀਤੀ, ਔਰ ਮੀਟਿੰਗ ਕਰਕੇ ਦੇਖਿਆ ਗਿਆ ਕਿ ਸਰਕਾਰ ਸਾਨੂੰ ਕਿਤੇ ਇੱਕ ਜੇਲ੍ਹ ਦੇ ਵਿੱਚ ਨਾ ਬੰਦ ਕਰ ਦੇਵੇ। ਜਿਸ ਤਰ੍ਹਾਂ ਬਰਾੜੀ ਗਰਾਊਂਡ ਦੀ ਗੱਲ ਕਰਦੀ ਆ, ਅਸੀਂ ਤਾਂ ਰਾਮਲੀਲਾ ਗਰਾਊਂਡ ਦੀ ਮੰਗ ਕੀਤੀ ਸੀ, ਪਰ ਉੱਥੇ ਉਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਬਰਾੜੀ ਗਰਾਊਂਡ। ਤਾਂ ਜਦੋਂ ਬਰਾੜੀ ਗਰਾਊਂਡ ਦੀ ਗੱਲ ਕੀਤੀ ਤਾਂ ਕਿਤੇ ਨਾ ਕਿਤੇ ਉਹ ਮੈਂ ਕਹਿੰਦਾ ਇੱਕ ਜੇਲ੍ਹ ਦੀ ਤਰ੍ਹਾਂ ਉੱਥੇ ਬੰਦ ਕਰਕੇ ਉਹ ਐਜੀਟੇਸ਼ਨ ਦਾ ਇੱਕ ਉਹ ਸਵਾਦ ਨਹੀਂ ਸੀ ਆਉਣਾ, ਇੱਕ ਹਿੱਸਾ ਨਹੀਂ ਬਣਨਾ ਸੀ। ਉਹ ਤਦ ਅਸੀਂ ਫੈਸਲਾ ਕੀਤਾ ਕਿ ਅਖੀਰਲੇ ਜਿਹੜੇ ਬਾਰਡਰ ਆ ਉਹ ਅਸੀਂ ਹੁਣ ਨਹੀਂ ਤੋੜਨੇ, ਕਿਉਂਕਿ ਸਰਕਾਰ ਨੇ ਜੇ ਸਾਨੂੰ ਭੇਜਣਾ ਤੇ ਰਾਮਲੀਲਾ ਗਰਾਊਂਡ ਭੇਜੇ, ਨਹੀਂ ਤਾਂ ਅਸੀਂ ਜਿਹੜਾ ਆ ਬਰਾੜੀ ਗਰਾਊਂਡ ਨਹੀਂ ਜਾਣਾ। ਇੱਕ ਨਾ ਜੀ ਜਿੱਦਾਂ ਜ਼ਿੰਦਗੀ ਦੇ ਵਿੱਚ ਤੁਸੀਂ ਹੁਣ ਤੁਹਾਨੂੰ 25-30 ਸਾਲ ਹੋ ਗਏ ਹੋਣੇ ਇਸ ਸੰਘਰਸ਼ ਦੇ ਵਿੱਚ, ਬਾਕੀ ਜਿਹੜੇ ਕਈ ਕਿਸਾਨਾਂ ਲੀਡਰ ਉਹਨਾਂ ਦੀਆਂ ਉਮਰਾਂ ਟੱਪ ਗਈਆਂ ਹੈਗੀਆਂ,
ਤਾਂ ਤੁਹਾਨੂੰ ਲੱਗਦਾ ਵੀ ਇਹ ਬਹੁਤ ਵੱਖਰਾ ਜਿਹਾ ਤਜਰਬਾ ਸੀਗਾ। ਪਹਿਲਾਂ ਡੀਸੀ ਦਫ਼ਤਰਾਂ ਦੇ ਬਾਹਰ, ਐਸਡੀਐਮ ਦਫ਼ਤਰਾਂ ਦੇ ਬਾਹਰ ਬਹਿਣਾ, ਉਹ ਨਿੱਕੀਆਂ ਨਿੱਕੀਆਂ ਮੰਗਾਂ ਹੁੰਦੀਆਂ, ਕਦੇ ਮੰਨ ਲੈਣੀ ਕਦੇ ਨਾ ਮੰਨਣੀ, ਅਖੀਰ ਨੂੰ ਫੋਟੋ ਖਿਚਾ ਕੇ ਮੰਗ ਪੱਤਰ ਜਿਹਾ ਦੇ ਕੇ ਆ ਜਾਣਾ। ਔਰ ਜਿਹੜੀ ਇਹ ਜਿੱਤ ਸੀ ਜਾਂ ਇਹ ਜਿਹੜੀ ਜੰਗ ਸੀਗੀ ਬਹੁਤ ਵੱਖਰੀ ਜੀ ਸੀ। ਔਰ ਜਿਹੜੇ ਫੈਸਲੇ ਲੈਣ ਦੀਆਂ ਜਿਹੜੀਆਂ ਘੜੀਆਂ ਸੀਗੀਆਂ ਉਹ ਵੀ ਬੜੀਆਂ ਦੁਚਿੱਤੀ ਵਾਲੇ। ਉਦੋਂ ਤੁਸੀਂ ਕਹਿ ਰਹੇ ਸੀ ਵੀ ਦਿੱਲੀ ਜਾਣਾ, ਸਰਕਾਰ ਕਹਿੰਦੀ ਸੀ ਵੀ ਪਹਿਲਾਂ ਉਹਨਾਂ ਨੇ ਰੋਕਤਾ, ਫਿਰ ਬਾਰਡਰ ਵਾਲੇ ਬੈਰੀਕੇਡ ਵਾਲੇ, ਫਿਰ ਕਹਿੰਦੇ ਚਲੋ ਆ ਜਾਓ ਬਰਾਰੀ ਗਰਾਊਂਡ। ਉਹ ਚਾਹੁੰਦੇ ਸੀ ਪਹਿਲਾਂ ਇੱਥੇ ਆ ਜਾਣਗੇ ਯਾਰ, ਖੜਾ ਛੁੱਟੂ, ਉੱਥੇ ਇਹਨਾਂ ਨੂੰ ਘੇਰ ਕੇ ਤੇ ਉੱਥੇ ਪਾਣੀ ਪੂਣੀ ਬੰਦ ਕਰ ਦਾਂਗੇ, ਆਪੇ ਕਸੂਤੇ ਫਸਦੇ ਭੱਜਣਗੇ। ਪਰ ਲੋਕਾਂ ਨੇ ਪਿੱਛੋਂ ਸੋਸ਼ਲ ਮੀਡੀਆ ਤੇ ਵੀ ਇਹ ਸਲਾਹਾਂ ਆਉਣ ਲੱਗ ਪਈ ਵੀ ਅੰਦਰ ਨਾ ਜਾਇਆ ਜੇ ਮਾਰੇ ਜਾਓਗੇ, ਤੁਸੀਂ ਦਿੱਲੀ ਘੇਰ ਲਓ। ਤਾਂ ਫਿਰ ਉਹ ਜਿਹੜਾ ਚਿੱਤ 'ਚ ਨਹੀਂ ਸੀ, ਨਾ ਤਾਂ ਮੈਨੂੰ ਲੱਗਦਾ ਤੁਹਾਡੇ, ਨਾ ਸਾਡੇ, ਔਰ ਨਾ ਸਰਕਾਰ ਦੇ ਵੀ ਇਹ ਦਿੱਲੀ ਘੇਰ ਲੈਣਗੇ। ਤਾਂ ਉਹ ਕਿੱਡਾ ਕੁ ਸਮਾਂ ਸੀ ਜਿਹੜਾ ਕਮਾਲ ਦੇ ਫੈਸਲੇ ਖੜੇ ਪੈਰ ਲੈਣੇ ਪਏ। ਉਹ ਮਹਾਰਾਜ ਨੇ ਸੋਝੀ ਬਖਸ਼ੀ ਵੀ ਐਂ ਕਰ ਲਓ ਤੇ ਐਂ ਜਿਹੜੀ ਹਕੂਮਤ ਉੱਤੇ ਵੱਧ ਪ੍ਰਭਾਵ ਪਊਗਾ। ਉਹ ਬੜਾ ਮਤਲਬ ਖਾਸ ਸਮਾਂ ਹੁੰਦਾ ਜਦੋਂ ਇਦਾਂ ਦੇ ਫੈਸਲੇ ਲੈਣੇ ਪੈਣ, ਔਰ ਜਦੋਂ ਪ੍ਰੈਸ਼ਰ ਬੜਾ ਹੋਵੇ, ਦੁਨੀਆ ਤੁਹਾਡੇ ਵੇਖ ਤੁਸੀਂ ਅੱਗੇ ਲੱਗੇ ਹੋ, ਪੰਗਾ ਬੜਾ ਵੱਡਾ ਲੈ ਲਿਆ। ਦੇਖੋ ਗੱਲ ਇਸ ਤਰ੍ਹਾਂ ਸੀ ਕਿ ਅਸੀਂ ਐਜੀਟੇਸ਼ਨਾਂ ਬੇਸ਼ੱਕ ਛੋਟੀਆਂ ਲੜੀਆਂ ਸੀ। ਅਸੀਂ 2015 ਦੇ ਵਿੱਚ ਅਸੀਂ ਆਪਣੀਆਂ ਜਥੇਬੰਦੀਆਂ ਦੁਆਬੇ ਦੀਆਂ ਸ਼ੁਰੂ ਕੀਤੀਆਂ ਸੀ, ਦੁਆਬਾ ਕਿਸਾਨ ਸੰਘਰਸ਼ ਕਮੇਟੀ। ਉਸ ਤੋਂ ਬਾਅਦ ਅਸੀਂ ਸਾਰੇ ਨਾਲ ਮਿਲ ਜੁੜ ਕੇ ਉੱਥੇ ਧਨਵਾਲੀ ਫਾਟਕ 'ਚ ਤੇ ਧਰਨਾ ਲਾਇਆ ਔਰ ਜੀਟੀ ਰੋਡ ਰੋਕਿਆ ਤੇ ਇੱਕ ਵੱਡਾ ਜਿਹੜਾ ਆ ਉੱਥੇ ਐਜੀਟੇਸ਼ਨ ਕਰਕੇ ਗੰਨੇ ਦੀਆਂ ਮੰਗਾਂ ਮਨਵਾਈਆਂ ਸੀਗੀਆਂ। ਔਰ ਉਸ ਤੋਂ ਬਾਅਦ ਅਸੀਂ ਗੰਨੇ ਦੀਆਂ ਲੜਾਈਆਂ ਜ਼ਿਆਦਾਤਰ ਲੜੀਆਂ। ਪਰ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਸੀ ਉਹਨਾਂ ਨੇ ਐਡਾ ਵੱਡਾ ਜਿਹੜਾ ਸੰਘਰਸ਼ ਅੱਜ ਅਸੀਂ ਵਿੰਡ ਕੇ ਲੜਿਆ ਆ, ਉਹ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਬੇਸ਼ੱਕ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਤੁਰ ਪਿਆ ਸੀ। ਮਾਲਵੇ ਦੇ ਵਿੱਚ ਤਾਂ ਉਹਨਾਂ ਨੇ ਐਜੀਟੇਸ਼ਨ 2-2 4-4 ਮਹੀਨੇ ਲੜਦੀਆਂ ਰਹੀਆਂ ਮਾਲਵੇ ਦੀਆਂ ਜਥੇਬੰਦੀਆਂ। ਪਰ ਜਿਹੜਾ ਦੁਆਬਾ ਤਾਂ ਸਵੇਰੇ ਧਰਨੇ ਤੇ ਬੈਠ ਜਾਂਦਾ ਸੀ ਤੇ ਸ਼ਾਮ ਨੂੰ 4 ਵਜੇ ਫੈਸਲਾ ਕਰਾ ਕੇ ਵਾਪਸ ਚਲ ਜਾਂਦਾ ਸੀ। ਤਾਂ ਕਿਤੇ ਨਾ ਕਿਤੇ ਸਾਨੂੰ 5-6 ਦਿਨ ਦਾ ਐਕਸਪੀਰੀਅੰਸ ਸੀਗਾ। ਪਰ ਜਦੋਂ ਰਾਸ਼ਨ ਦੀ ਗੱਲ ਕੀਤੀ ਗਈ ਸੀ ਤੇ ਅਸੀਂ ਵੀ ਸੋਚਦੇ ਸੀ ਕਿ ਕੋਈ ਗੱਲ ਨਹੀਂ, ਇਹ ਤਾਂ ਹੋ ਜਾਣਾ, 10 ਦਿਨ ਦੇ ਵਿੱਚ ਹੱਲ ਹੋ ਜਾਣਾ ਆ। ਪਰ ਉਹ ਜਿਹੜੀ ਮੈਂ ਕਹਿੰਦਾ ਬੁੱਧੀ ਮਹਾਰਾਜ ਨੇ ਬਖਸ਼ੀ ਆ, ਇੱਕ ਮਹਾਰਾਜ ਦਾ ਪ੍ਰਤਾਪ ਇਸ ਅੰਦੋਲਨ ਤੇ ਜਿਹੜਾ ਉਹਨਾਂ ਦਾ ਆਪ ਸਹਾਈ ਹੋ ਕੇ ਇਸ ਅੰਦੋਲਨ ਦੇ ਵਿੱਚ ਆ ਜਾਣਾ, ਉਹ ਬਹੁਤ ਵੱਡਾ ਕਿਸਾਨ ਆਗੂਆਂ ਤੇ ਹੱਥ ਰੱਖਿਆ ਉਹਨਾਂ ਨੇ। ਇਸ ਐਜੀਟੇਸ਼ਨ ਨੂੰ ਇੱਥੇ ਤੱਕ ਪਹੁੰਚਾਉਣ ਵਾਸਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਆ। ਜੇ ਕਹੀਏ ਵੀ ਕਿਸਾਨ ਆਗੂਆਂ ਨੇ ਜਾਂ ਆਮ ਲੋਕਾਂ ਨੇ, ਚਲੋ ਕਰਨਾ ਹੁੰਦਾ ਫਰਜ਼, ਸਾਡਾ ਕੰਮ ਕਰਨਾ ਫਰਜ਼ ਆ, ਪਰ ਜਿਹੜਾ ਮਾਲਕ ਨੇ ਸੋਭਾ ਜਾਂ ਜਿੱਤ ਬਖਸ਼ਣੀ ਉਹ ਮਾਲਕ ਦੇ ਹੱਥ ਦੇ ਵਿੱਚ ਆ। ਪ੍ਰਤੱਖ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪ ਸਹਾਈ ਹੋ ਕੇ, ਗੁਰੂ ਗ੍ਰੰਥ ਸਾਹਿਬ ਨੇ ਆਪ ਸਹਾਈ ਹੋ ਕੇ ਇਸ ਐਜੀਟੇਸ਼ਨ ਦੇ ਵਿੱਚ ਜਿਹੜਾ ਵੱਲ ਬਖਸ਼ਿਆ ਆ। ਬਿਲਕੁਲ ਸੋਹਣੀ ਗੱਲ ਹੈ। ਜਿੱਦਾਂ ਉਹ ਹਰਜੀਤ ਹਰਮਨ ਦਾ ਗੀਤ ਵੀ ਹੈ ਨਾ, ਜਿੱਤਾਂ ਤੇ ਹਾਰਾਂ ਨੇ ਤੇਗਾਂ ਦੀ ਛਾਵੇਂ, ਸਾਡੇ ਸਿਰ ਦਸਤਾਰਾਂ ਨੇ ਤੇਗਾਂ ਦੀ ਛਾਵੇਂ। ਤਾਂ ਨਿਹੰਗ ਸਿੰਘ ਤੇਗਾਂ ਲੈ ਕੇ ਸਾਡੇ ਮੁੰਡੇ ਵੀ ਸਾਰੇ ਕਿੱਡਾ ਜੋਸ਼ ਦੇ ਨਾਲ, ਤੁਹਾਡੇ ਵੀ ਨਿਸ਼ਾਨ ਸਾਹਿਬ ਕੇਸਰੀ ਪਏ ਹੋਏ ਆ, ਤਾਂ ਨਾਲ ਸਾਡੀਆਂ ਜਥੇਬੰਦੀਆਂ ਦੀ ਝੰਡੀਆਂ ਸੀਗੀਆਂ ਤਾਂ ਵੈਸੇ ਮੈਂ ਹੁਣ ਗੱਲ ਉੱਧਰ ਨੂੰ ਖੈਰ ਨਾਲ ਲੈ ਜਾਂਦੇ, ਪਰ ਜਿੱਦਾਂ ਕੁਝ ਲੀਡਰ ਕਹਿ ਰਹੇ ਆ ਵੀ ਇਹ ਗੁਰਪੁਰਬ ਵਾਲੇ ਦਿਨ ਕਰਤਾ, ਇਹ ਤਾਂ ਰਲ ਗੱਡ ਕਰਤੀ, ਪਟਾਕੇ ਚਲਾਉਣੇ ਸੀ, ਉਹ ਇਹ ਗੱਲਾਂ ਸ਼ੋਭਾ ਦਿੰਦੀਆਂ ਇਸ ਲੈਵਲ ਤੇ ਆ ਕੇ ਐਡੀ ਵੱਡੀ ਜੰਗ ਜਿੱਤਣ ਤੋਂ ਬਾਅਦ? ਨਹੀਂ, ਚਲੋ ਉਹ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਆ, ਉਹਨਾਂ ਦਾ ਆਪਦਾ ਬਿਆਨ ਇਸ ਤਰ੍ਹਾਂ ਦਾ ਹੋ ਸਕਦਾ, ਪਰ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ। ਗੁਰੂ ਮਹਾਰਾਜ ਜੀ ਨੇ, ਮੈਨੂੰ ਤਾਂ ਲੱਗਦਾ ਕਿਤੇ ਰਾਤ ਉਹਨਾਂ ਨੂੰ ਬੁੱਧੀ ਬਖਸ਼ੀ ਮੋਦੀ ਜੀ ਨੂੰ, ਤੇ ਭਾਈ ਇਹਦੇ ਬਾਰੇ ਫੈਸਲਾ ਲੈ ਲਾ, ਹੋ ਸਕਦਾ ਗੋਡਾ ਹੀ ਫੇਰ ਦਿੱਤਾ ਹੋਵੇ। ਤੇ ਉਹਨਾਂ ਦੇ ਛਤਰ ਛਾਇਆ ਹੇਠ ਹੀ ਜਿਹੜਾ ਫੈਸਲਾ ਲਿਆ ਆ। ਹੋਰ ਕਿਸੇ ਮਨੁੱਖ ਦੇ ਵੱਸ ਦੇ ਵਿੱਚ ਇਹ ਗੱਲ ਹੈ ਨਹੀਂ ਕਿ ਐਡਾ ਵੱਡਾ ਜਿਹੜਾ ਅੰਦੋਲਨ ਲੜ ਕੇ ਇਹਨੂੰ ਜਿੱਤਣਾ। ਹਾਂ ਵੀ ਚਲੋ ਸਾਡੇ ਸਤਿਕਾਰਯੋਗ ਆਗੂ, ਅਸੀਂ ਉਹਨਾਂ ਬਾਰੇ ਟਿੱਪਣੀ ਨਹੀਂ ਕਰਦੇ, ਉਹਨਾਂ ਦੀ ਆਪਣੇ ਜਿਹੜਾ ਨਿੱਜੀ ਬਿਆਨ ਹੋ ਸਕਦਾ, ਪਰ ਜੋ ਮਹਾਰਾਜ ਨੇ ਕੀਤਾ ਆ ਉਹ ਚੰਗਾ ਕੀਤਾ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਰੱਖਦੇ ਆ ਕਿ ਗੁਰੂ ਮਹਾਰਾਜ ਆਪ ਸਹਾਈ ਹੋ ਕੇ ਚੰਗਾ ਹੀ ਕਰਨਗੇ। ਇੱਕ ਹੋਰ ਆ ਜੀ, ਹੁਣ ਪੰਜਾਬ 3 ਹਿੱਸਿਆਂ 'ਚ ਵੰਡਿਆ, ਮਾਝਾ, ਮਾਲਵਾ, ਦੁਆਬਾ। ਹਰ ਇੱਕ ਜਿਹੜਾ ਕਿ ਇਲਾਕੇ ਦੇ ਲੋਕਾਂ ਦਾ ਵੱਖਰਾ ਸੁਭਾਅ, ਬੋਲੀ ਦਾ ਵੀ ਫਰਕ ਆ, ਰਹਿਣੀ ਸਹਿਣੀ ਦਾ ਫਰਕ ਆ, ਵਿਆਹਾਂ ਦੇ ਜਿਹੜਾ ਫੰਕਸ਼ਨਾਂ ਦਾ ਫਰਕ ਆ, ਟੋਟਲੀ ਫਰਕ ਆ। ਮਾਲਵੇ ਵਾਲੇ ਜਿਹੜੇ ਆ ਜ਼ਮੀਨਾਂ ਇੱਧਰ ਖੁੱਲੀਆਂ ਪਰ ਬਹੁਤ ਦੇਸੀ ਜੇ ਆ, ਤੇ ਐਂ ਜਾਪਦਾ ਹੁੰਦਾ ਵੀ ਜਿੱਦਾਂ ਸਿੱਧੇ ਤੌਰ ਤੇ ਟੱਕਰ ਲੈਣ ਵਾਲੇ ਬਸ ਥੋੜਾ ਟਲਦੇ ਜੇ ਆ। ਜਿਹੜੇ ਮਾਝੇ ਵਾਲੇ ਭਲਾ 2 ਕਿੱਲੇ ਹੋਣ, ਕਹਿੰਦਾ ਆ ਜਾ, ਤੇ ਜਿਹੜੇ ਦੁਆਬੇ ਵਾਲੇ ਆ ਇਹਨਾਂ ਕੋਲ ਗੱਫਾ ਖੁੱਲਾ, ਮਾਇਆ ਦੀ ਮਹਾਰਾਜ ਦੀ ਕਿਰਪਾ, ਕਿਉਂਕਿ ਇਹ ਭਲੇ ਵੇਲੇ ਦੇ ਵਿਦੇਸ਼ 'ਚ ਗਏ ਆ, ਝੰਡੇ ਗੱਡੇ ਹੋਏ ਆ। ਤਾਂ ਇਹਦੇ ਵਿੱਚ ਜਿੱਦਾਂ ਮਾਲਵੇ ਵਾਲਿਆਂ ਨੇ ਵੱਡੇ ਕਾਫਲੇ ਲਿਆਂਦੇ, ਜਿੱਦਾਂ ਹੁਣ ਤੁਸੀਂ ਆਪ ਦੱਸਿਆ ਵੀ ਸਾਡਾ ਤਾਂ 1 ਦਿਨ ਦਾ ਸੰਘਰਸ਼ ਹੁੰਦਾ, ਕੋਈ ਤੁਹਾਡੀਆਂ ਮੰਗਾਂ ਉਸ ਤਰੀਕੇ ਦੀਆਂ ਸੀਗੀਆਂ, ਉਹ ਛੇਤੀ ਜਿਹੜਾ ਕਿ ਹੱਲ ਹੋ ਜਾਂਦੇ ਸੀਗੇ। ਮਾਲਵੇ ਦੇ ਵਿੱਚ ਜਥੇਬੰਦੀਆਂ ਵੀ ਕਿਸਾਨਾਂ ਦੀਆਂ ਬਹੁਤ ਆ, ਉਹ ਆਪਸ ਵਿੱਚ ਚਲੋ ਕੋਈ ਰੀਓ ਦੇ ਬੰਦੇ ਉਹਨੇ ਤੋੜ ਲਏ, ਆਹ ਕੁਛ ਵੀ ਚੱਲਦਾ ਰਿਹਾ। ਤੇ ਮਾਝੇ ਨੇ ਤਾਂ ਜਿਹੜੀ ਸਾਨੂੰ ਪਤਾ ਪੰਜਾਬ ਦੇ ਸੰਘਰਸ਼ ਦੇ ਵਿੱਚ ਜਿਹੜੀ ਦੇਣ ਆ, 2 ਲੱਖ ਮੁੰਡਾ ਸ਼ਹੀਦ ਹੋਇਆ ਸਾਡਾ ਸੰਘਰਸ਼ ਦੇ ਵਿੱਚ, ਤੇ 1.5 ਲੱਖ ਤੋਂ ਜ਼ਿਆਦਾ ਜਿਹੜਾ ਮਾਝੇ ਦਾ। ਤਾਂ ਇਹ ਸੁਮੇਲ ਕਿੱਡਾ ਸੋਹਣਾ ਸੀ, ਮਾਝਾ, ਮਾਲਵਾ, ਦੁਆਬਾ। ਇੱਕ ਜਿਹੜਾ ਮਾਇਆ ਪੱਖੋਂ ਤਗੜਾ ਸੀ ਥੋੜਾ ਜਿਹਾ, ਇੱਕ ਜਿਹਦਾ ਗਿਣਤੀ ਵੱਧ ਸੀਗੀ, ਔਰ ਇੱਕ ਜਿਹੜਾ ਫਾਈਨੈਂਸ਼ੀਅਲੀ ਤੌਰ ਤੇ ਤਗੜਾ। ਕਿੱਡਾ ਸੋਹਣਾ ਸੁਮੇਲ ਬਣਿਆ ਪੰਜਾਬ ਦਾ ਇਹਦੇ 'ਚ। ਬਸ ਗੱਲ ਉਹੀ ਹੈ ਕਿ ਇੱਕ ਸੁਮੇਲ ਬਣ ਗਿਆ, ਇੱਕ ਵਿਚਾਰਧਾਰਾ ਜਿਹੜੀ ਰਲ ਗਈ, ਇੱਕ ਇਕੱਠੇ ਹੋ ਗਏ ਸਾਰੇ। ਇਹ ਹੀ ਇਸ ਅੰਦੋਲਨ ਦਾ ਇੱਕ ਜਿੱਤਣ ਦਾ ਮੇਨ ਕਾਰਨ ਆ।
ਕਿਉਂਕਿ ਐਸ ਕਦੀ ਵੀ ਦੁਆਬਾ ਇੰਨਾ ਉੱਭਰ ਕੇ ਸਾਹਮਣੇ ਨਹੀਂ ਸੀ ਆਇਆ ਜਿੰਨਾ ਐਸ ਐਜੀਟੇਸ਼ਨ ਦੇ ਵਿੱਚ ਦੁਆਬਾ ਉੱਭਰ ਕੇ ਸਾਹਮਣੇ ਆਇਆ। ਬੇਸ਼ੱਕ ਸਾਡੇ ਵੱਡੀ ਗਿਣਤੀ ਦੇ ਵਿੱਚ ਸਾਡੇ ਭੈਣਾਂ ਭਰਾ ਵਿਦੇਸ਼ਾਂ ਦੇ ਵਿੱਚ ਗਏ ਆ, ਮਾਇਆ ਦੇ ਖੁੱਲੇ ਗੱਫੇ ਉਹਨਾਂ ਨੇ ਐਸ ਐਜੀਟੇਸ਼ਨ ਦੇ ਵਿੱਚ ਭੇਜਿਆ। ਕਿਤੇ ਨਾ ਕਿਤੇ ਮਾਲਵੇ ਦੇ ਵਿੱਚੋਂ ਵੀ ਜਿਹੜੇ ਜਥੇ ਆਏ ਬਹੁਤ ਵੱਡੇ ਵੱਡੇ ਆਏ ਆ, ਤੇ ਸਾਡੇ ਤੱਤੇ ਵੀਰ ਜਿਹੜੇ ਮਾਝੇ ਵਾਲੇ ਉਹਨਾਂ ਨੇ ਵੀ ਆਪਣਾ ਕੰਮ ਕੀਤਾ। ਸੁਮੇਲ ਜਿਹੜਾ ਬਣਿਆ ਆ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜਾ ਇਹ ਸਾਰਾ ਕੁਝ ਸੁਮੇਲ ਬਣ ਕੇ ਅੱਜ ਇੱਕ ਜੁੜਤਾ ਦਾ ਜਿਹੜਾ ਅਸੀਂ ਲੋਕਾਂ ਨੂੰ ਕਰਕੇ ਦਿਖਾਇਆ। ਦੇਖੋ ਹਰਿਆਣਾ ਦੇ ਵਿੱਚ ਕਦੀ ਅਸੀਂ ਸੋਚਿਆ ਨਹੀਂ ਸੀ ਕਿ ਹਰਿਆਣੇ ਦੇ ਵਿੱਚ ਆ ਕੇ ਉਹਨਾਂ ਨਾਲ ਸਾਂਝ ਪੈ ਜਾਣੀ। ਲੋਕ ਜਿਹੜੇ ਅੱਜ ਸਾਡੇ ਨਾਲ ਇੱਥੋਂ ਅਸੀਂ ਲੰਗਰ ਪ੍ਰਸ਼ਾਦਾ ਇਕੱਠਾ ਛਕਦੇ ਹਾਂ, ਸਾਰਿਆਂ ਜਿੰਨੀਆਂ ਵੀ ਸਾਡੀਆਂ ਇੱਥੇ ਆਲ ਇੰਡੀਆ ਦੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਸਾਡੀ ਇੱਕ ਪਰਿਵਾਰਕ ਸਾਂਝ ਪੈ ਗਈ ਆ। ਤੇ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਇਹ ਪਹਿਲੇ ਦਿਨ ਤੋਂ ਇਹ ਨਾਰਾ ਲਾਇਆ ਸੀਗਾ ਤੇ ਅਸੀਂ ਇਕੱਠੇ ਹੋ ਕੇ ਦਿਖਾਇਆ। ਇੱਕ ਵੱਖਰਾ ਜਿਹੜਾ ਪਰਿਵਰਤਨ ਇਸ ਅੰਦੋਲਨ ਨੇ ਜਿਹੜਾ ਉਹ ਸਿਰਜਿਆ। ਵੱਖਰਾ ਜਿਹੜਾ ਪਰਿਵਰਤਨ ਇਸ ਅੰਦੋਲਨ ਨੇ ਸਿਰਜਿਆ। ਅਸੀਂ ਸਿੰਘੂ ਕੁੰਡਲੀ ਬਾਰਡਰ ਤੇ ਇਸ ਵਕਤ ਮੌਜੂਦ ਆ। ਸਾਡੇ ਨਾਲ ਮਨਜੀਤ ਸਿੰਘ ਰਾਏ ਮੌਜੂਦ ਨੇ। ਸਿੰਘੂ ਕੁੰਡਲੀ ਬਾਰਡਰ ਦੇ ਉੱਤੇ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀ ਉਹ ਗੱਲਬਾਤ ਕਰ ਰਹੇ ਹਾਂ, ਹਾਲਾਤ ਦਿਖਾ ਰਹੇ ਹਾਂ। 1 ਸਾਲ ਪਹਿਲਾਂ ਜਦੋਂ ਕੋਈ ਬੰਦੇ 6 ਮਹੀਨੇ ਦਾ ਰਾਸ਼ਨ ਲੈ ਕੇ ਆਏ, ਕੋਈ 5 ਸੂਟ ਲਿਆਇਆ, ਕੋਈ 10 ਲਿਆਇਆ। ਅੱਜ ਰਾਏ ਸਾਹਿਬ ਅਸੀਂ ਜਿਸ ਜਿਹੜਾ ਕਿ ਹਾਲਾਤਾਂ ਦੇ ਉੱਤੇ ਪਹੁੰਚ ਚੁੱਕੇ ਹਾਂ, ਜਿੱਤ ਜਿਹੜੀ ਆ ਉਹ ਸੱਚੇ ਪਾਤਸ਼ਾਹ ਨੇ ਪ੍ਰਕਾਸ਼ਪੁਰ ਵਾਲੇ ਦਿਨ ਜਿਹੜੀ ਆ ਕਿਸਾਨਾਂ ਦੇ ਝੋਲੀ ਪਾਈ ਆ। ਲਿਖਤ ਜਿਹੜੀ ਆ ਉਹ ਰਹਿੰਦੀ, ਕਿਉਂਕਿ ਜਿਵੇਂ ਕਾਨੂੰਨ ਬਣੇ ਆ ਉਸੇ ਕਾਨੂੰਨੀ ਪ੍ਰਕਿਰਿਆ ਦੌਰਾਨ ਜਿਹੜੇ ਆ ਉਹ ਰੱਦ ਵੀ ਹੋਣਗੇ। ਇਹਨਾਂ ਮਕਾਨਾਂ 'ਚ ਅਸੀਂ ਬੈਠੇ ਹਾਂ, ਕਦੇ ਮਨ 'ਚ ਸੋਚਿਆ ਸੀ ਵੀ ਨੈਸ਼ਨਲ ਹਾਈਵੇ ਤੇ ਛੱਤਾਂ ਪਾ ਕੇ ਅਸੀਂ ਬਵਾਂਗੇ ਤੇ ਸੰਘਰਸ਼ ਲੜਾਂਗੇ। ਦੇਖੋ ਇਸ ਅੰਦੋਲਨ ਦੀ ਵਿਲੱਖਣਤਾ ਇਹਨੇ ਬਹੁਤ ਕੁਝ ਸਿਖਾਇਆ। ਔਰ ਜਦੋਂ ਅਸੀਂ ਚੱਲੇ ਸਾਂ ਇਹ ਨਹੀਂ ਸੀ ਆਸ਼ਾ ਕਿ ਅੰਦੋਲਨ ਇੰਨਾ ਲੰਬਾ ਚੱਲ ਜਾਏਗਾ। ਸੋ ਇਹ ਜ਼ਰੂਰ ਸੀਗਾ ਵੀ ਅਸੀਂ ਇਹ ਪ੍ਰਣ ਤਾਂ ਕਰਕੇ ਚੱਲੇ ਸੀ ਵੀ 3 ਮਹੀਨੇ ਦਾ ਰਾਸ਼ਨ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਸਾਂ। ਔਰ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਕਿ ਇੱਥੇ ਲੋਕਲ ਲੋਕਾਂ ਦਾ ਬੜਾ ਸਾਥ ਮਿਲਿਆ। ਪਰ ਫਿਰ ਵੀ ਜਦੋਂ ਹਵਾ ਹਨੇਰੀ ਆਉਂਦੀ ਸੀ ਤੇ ਉਹ ਜਿਹੜੇ ਸਾਡੇ ਤੰਬੂ ਉੱਡ ਜਾਇਆ ਕਰਦੇ ਸੀ, ਬਰਸਾਤ ਦੇ ਵਿੱਚ ਬੜੀ ਪਰੇਸ਼ਾਨੀ ਆਉਂਦੀ ਸੀ, ਤਾਂ ਫਿਰ ਇਹ ਸਾਡੇ NRI ਭਰਾਵਾਂ ਦਾ ਸਦਕਾ ਅਸੀਂ ਕਹੀਏ ਉਹਨਾਂ ਦਾ ਦੇਣਾ ਕੋਈ ਦੇ ਹੀ ਨਹੀਂ ਸਕਦਾ, ਜਿਨ੍ਹਾਂ ਨੇ 12-12 14-14 16-16 ਘੰਟੇ ਲਾ ਕੇ ਆਪਣੀ ਮਿਹਨਤ ਦੇ ਵਿੱਚੋਂ ਦਸੌਂਦ ਕੱਢ ਕੇ ਸਾਨੂੰ ਪੈਸੇ ਭੇਜੇ ਆ, ਵਾਧੂ ਵੀ ਭੇਜੇ ਆ ਵੀ ਤੁਸੀਂ ਭਾਈ ਇੱਥੇ ਸਾਡੇ ਭਰਾ ਬੈਠੇ ਨੇ, ਉਸ ਬਿਲਕੁਲ ਉਹ ਸੇਫ ਰਹਿਣੇ ਚਾਹੀਦੇ ਨੇ। ਇਹ ਮਕਾਨ ਜਿਹੜੇ ਪਏ ਨੇ 3 ਕਮਰੇ ਆਪਾਂ ਪਾਏ ਸਨ 18 ਬਾਈ 18 ਦੇ। ਸੋ ਇਹ ਸਾਡੇ ਸਰਦਾਰ ਗੁਰਮੁਖ ਸਿੰਘ ਇੱਥੇ ਹੋਇਆ ਕਰਦੇ, ਉਹ ਪੰਜਾਬ ਗਏ ਜ਼ਰੂਰੀ ਕੰਮ ਵਾਸਤੇ, ਕੱਲ੍ਹ ਦੇ ਆ ਜਾਣਾ ਅੱਜ ਸ਼ਾਮ ਨੂੰ। ਸੋ ਉਹਨਾਂ ਦੀ ਹਿੰਮਤ ਸਦਕਾ ਉਹਨਾਂ ਨੇ ਇਹ ਮਕਾਨ ਕਿਹਾ ਵੀ ਉਹ ਲੀਕਣੇ। ਮੇਰੇ ਨਾਲ ਉਹਨੇ ਗੱਲ ਕੀਤੀ ਵੀ ਕਹਿੰਦੇ ਪ੍ਰਧਾਨ ਜੀ ਆਪਾਂ ਪੱਕੇ ਮਕਾਨ ਬਣਾਉਣੇ ਆ ਤੇ ਆਪਾਂ ਰੋਜ਼ ਦਾ ਕੰਮ ਟੈਂਟ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਵਿਲੱਖਣਤਾ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਟੀਨਾ ਦੀ ਚਾਦਰਾਂ ਦੀ ਸ਼ੈੱਡ ਪਈ ਲੰਗਰ ਵਾਲੀ, ਉਹ ਵੀ ਸਾਡੀ ਪਈ ਇੱਥੇ। ਔਰ ਉਸ ਤੋਂ ਬਾਅਦ ਨਾ ਫਿਰ ਆਨੰਦਗੜ੍ਹ ਕਿਲੇ ਵਾਲਿਆਂ ਨੇ ਸ਼ੁਰੂ ਕਰਤੀ, ਉਧਰ ਉਹਨਾਂ ਦਾ ਵੱਡਾ ਲੰਗਰ ਹੈ। ਸੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਫਲਸ਼ ਟਾਇਲਟ ਆਪਣੀਆਂ ਬਣਾਉਣੀਆਂ, ਜਿਹੜੀਆਂ ਇਹਨਾਂ ਦੀਆਂ ਸੀ ਉਹ ਠੀਕ ਨਹੀਂ ਸੀ, ਸਫਾਈ ਨਹੀਂ ਸੀ ਉਹਨਾਂ ਦੀ, ਜਿਹੜੀਆਂ ਇਹਨਾਂ ਦੀਆਂ ਉਹ ਹੁੰਦੀਆਂ ਆਰਡੀਨਰੀ ਜਿਹੜੀਆਂ। ਸੋ ਮੈਂ ਸਮਝਦਾ ਵੀ ਉਹ ਇੱਥੇ ਫਲਸ਼ਾਂ ਵੀ ਪਹਿਲਾਂ ਹੀ ਬਣਾ ਲਈਆਂ, ਸੈਪਟਿਕ ਟੈਂਕ ਬਣਾ ਕੇ। ਫਿਰ ਇਹ ਕਹਿੰਦੇ ਵੀ ਹੁਣ ਤਾਂ ਆਪਾਂ ਕਮਰੇ ਪਾਉਣੇ, ਤੇ ਸਮਾਨ ਵੀ ਇਹ ਜਾ ਕੇ ਉਹ ਪੰਜਾਬ ਨੂੰ ਗਏ, ਟਰਾਲੀ 'ਚ ਲੱਦ ਲਿਆ, ਗਾਡਰ ਆ ਫੱਟੇ ਆ ਜਿਹੜੇ ਤਾਕੀਆਂ ਦਰਵਾਜ਼ੇ ਸਾਰਾ ਕੁਝ ਲੈ ਆਏ। ਫਿਰ ਇੱਟ ਇੱਥੋਂ ਨਵੀਂ ਲੈ ਆਂਦੀ ਸੀ ਭੱਠੇ ਤੋਂ, ਤੇ ਮਕਾਨ ਇਹ ਇੱਥੇ 3 ਕਮਰੇ ਪਾਤੇ। ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਬੜੇ ਆਨੰਦ ਨਾਲ ਰਹਿੰਦੇ ਆ। ਸੇ ਹੁਣ ਮੈਂ ਇਹ ਪੱਕੇ ਮਕਾਨਾਂ ਹੋਣ ਕਰਕੇ ਹੀ ਅਸੀਂ ਕੱਲ੍ਹ ਤੇ ਪਰਸੋਂ ਇੱਥੇ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ। ਅਸੀਂ ਪਹਿਲਾਂ ਤੋਂ ਲਿਖਿਆ ਹੋਇਆ ਸੀ ਵੀ 1 ਸਾਲ ਪੂਰਾ ਹੋ ਜਾਣਾ ਤੇ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦਾ ਅਸੀਂ ਉਹ ਮਨਾਉਣਾ ਹੈ। ਸੋ ਉਹ ਅਸੀਂ ਪਹਿਲਾਂ ਤੋਂ ਲਿਖਿਆ ਸੀ। ਚਲੋ ਮੋਦੀ ਦਾ ਬਿਆਨ ਬਾਅਦ 'ਚ ਆਇਆ ਤੇ ਉਹਨੂੰ ਅਸੀਂ 26 ਤੋਂ 28 ਹੈ, 28 ਨੂੰ ਭੋਗ ਪੈਣੇ। ਉਹ ਤੁਸੀਂ ਤੁਹਾਨੂੰ ਦੇਖ ਲਿਓ ਹੁਣ ਗਵਲਾ ਕਮਰਾ ਅੰਦਰ ਚੱਲ ਕੇ, ਬਾਹਰੋਂ ਵੀ ਉਹ ਜਿੱਦਾਂ ਸਫੈਦੀ ਹੋਈ ਅੰਦਰੋਂ ਵੀ ਕਰਤੀ ਹੈ, ਰੰਗ ਰੋਗਨ ਕਰਕੇ ਐਂ ਸਾਫ਼ ਕਰਤਾ ਕਿ ਸਾਡੇ ਮਹਾਰਾਜ ਦਾ ਪ੍ਰਕਾਸ਼ ਹੋਣਾ ਇੱਥੇ। ਸੋ ਇਹ ਮੈਂ ਸਮਝਦਾ ਇਹ ਵਿਲੱਖਣਤਾ ਇਸ ਅੰਦੋਲਨ ਦੀ ਕਿ ਇੱਥੇ ਆ ਕੇ ਬੜਾ ਕੁਝ ਲੋੜਾਂ ਮਹਿਸੂਸ ਹੋਈਆਂ, ਉਹ ਪੂਰਤੀ ਹੋਈ। ਪਰ ਇਹ ਸਾਰਾ ਕੁਝ ਜੋ ਹੋਇਆ ਇਹ ਸਾਡੇ NRI ਭਰਾਵਾਂ ਸਦਕਾ, ਸਾਡੇ ਜਿਹੜੇ ਬਜ਼ੁਰਗਾਂ ਸਦਕਾ, ਸਾਰਿਆਂ ਨੇ ਇਹਦੇ ਵਿੱਚ ਜੀ ਜਾਨ ਲਾਤੀ। ਸਾਰਿਆਂ ਨੇ ਜਿਹੜੀ ਹੈ ਜੀ ਉਹ ਸੰਘਰਸ਼ ਦੇ ਵਿੱਚ ਜੀ ਜਾਨ ਲਾਈ ਹੈ। ਸਾਰੇ ਰਲ ਕੇ ਚੱਲਣ ਤਾਂ ਇਸ ਤਰ੍ਹਾਂ ਦੀਆਂ ਜਿਹੜੀ ਜਿੱਤਾਂ ਹੁੰਦੀਆਂ ਹੀ ਹੈਗੀਆਂ। ਤਾਂ ਹੁਣ ਕੁਝ ਦਿਨ ਰਹਿ ਗਏ ਆ, ਤੁਹਾਡੀ ਮੀਟਿੰਗ ਵੀ ਆ, ਉਸ ਤੋਂ ਪਹਿਲਾਂ ਸਰਕਾਰ ਦੀ ਮੀਟਿੰਗ ਅੱਜ ਹੀ ਹੈਗੀ ਆ। ਤਾਂ ਕੀ ਜਾਪਦਾ ਜਿਹੜੀ MSP ਤੇ ਅਜੇ ਜਿਹੜੀ ਆ ਤੁਹਾਡੇ ਵੱਲੋਂ ਜੀ ਚਰਚਾ ਚੱਲ ਰਹੀ ਹੈ, ਕਿਉਂਕਿ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਜਿਹੜਾ ਐਲਾਨ ਆ ਉਹ ਵੀ ਕੋਈ ਛੋਟਾ ਐਲਾਨ ਨਹੀਂ ਹੈਗਾ ਬੇਸ਼ੱਕ, ਕਿਉਂਕਿ ਮੁੱਖ ਮੰਗੇ ਹੋਈ ਸੀ, ਵੱਡੀਆਂ ਮੰਗਾਂ ਦੇ ਵਿੱਚ ਮੁੱਖ ਸੀ, ਬਾਕੀ ਕਈ ਕੁਝ ਮੰਗਾਂ ਬਾਅਦ 'ਚ ਰਲਦੀਆਂ ਗਈਆਂ। ਤਾਂ ਕੀ ਜਾਪਦਾ ਵੀ ਹੁਣ MSP ਦੇ ਜਿਹੜਾ ਨਾਲ ਮੰਗ ਹੈਗੀ ਆ ਉਹਨੂੰ ਲੈ ਕੇ ਜੇ ਮੰਨ ਲਓ ਸਰਕਾਰ ਬਾਈ ਚਾਂਸ ਸਰਕਾਰ ਕਹੇ ਵੀ ਨਹੀਂ MSP ਨਹੀਂ ਅਜੇ, ਉਹ ਬਾਅਦ 'ਚ ਗੱਲ ਕਰਾਂਗੇ, ਤਾਂ ਫਿਰ ਕੀ ਲੱਗਦਾ ਵੀ ਅਜੇ ਵੀ ਜਿਹੜੀ ਇਹ ਗੱਲਬਾਤ ਵਿੱਚ ਰੁਕ ਸਕਦੀ ਆ ਜਾਂ 3 ਖੇਤੀ ਕਾਨੂੰਨਾਂ ਤੇ ਹੀ ਜਿਹੜੀ ਸਹਿਮਤੀ ਬਣ ਜੂਗੀ? ਤੁਸੀਂ ਮੀਟਿੰਗਾਂ 'ਚ ਵੀ ਬੈਠੇ ਹੋ ਔਰ ਤੁਸੀਂ ਆਮ ਲੋਕ
ਜਿਨ੍ਹਾਂ ਨੇ ਇੱਕ ਸਾਲ, ਕਈਆਂ ਕੋਲ ਤਾਂ ਲੀਡਰਾਂ ਨੇ ਗੇੜਾ ਵੀ ਨਹੀਂ ਮਾਰਿਆ, ਤੁਹਾਨੂੰ ਵੀ ਪਤਾ ਕੋਈ ਇਸ ਤਰ੍ਹਾਂ ਦੇ ਹਾਲਾਤ ਰਹੇ ਆ, ਤੁਸੀਂ ਉਹਨਾਂ ਦੀ ਗੱਲ ਵੀ ਸੁਣੀ ਆ ਔਰ ਮਗਰਲਿਆਂ ਦੀ ਵੀ ਸੁਣੀ ਆ, ਵਿਸ਼ਵ ਦੀ ਵੀ ਸੁਣੀ ਆ, ਕੀ ਕਹਿ ਰਿਹਾ ਤੁਹਾਨੂੰ ਅੰਦਾਜ਼ਾ ਕੀ? ਦੇਖੋ ਇਹ ਕਲੀਅਰ ਕੱਟ ਹੈ ਕਿ ਹੁਣ ਤੱਕ ਇਹ ਸਾਡਾ ਇਤਿਹਾਸ ਰਿਹਾ, ਸਾਡੀ ਕੌਮ ਦਾ ਇਤਿਹਾਸ ਰਿਹਾ ਕਿ ਬਾਕੀ ਕੌਮਾਂ ਲਈ, ਬਾਕੀ ਧਰਮਾਂ ਲਈ ਲੜੇ ਆ। ਸੋ ਇਹ ਹੁਣ ਜਿਹੜੀ ਮੰਗ ਸੀਗੀ, ਖਾਸ ਮੰਗ ਜਿਹੜੀ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦੀ ਆ, ਉਹ MSP ਹੈ। ਸੋ ਉਹ ਮੰਗ ਸਾਡੀ ਪਹਿਲੇ ਦਿਨ ਤੋਂ ਨਾ ਰਹੀ ਹੈ। ਸੋ ਇਹ ਵੱਖਰੀ ਮੰਗ ਨਹੀਂ ਸੀ, ਉਹ ਵੀ ਮੁੱਖ ਮੰਗ ਹੈ ਸਾਡੀ। ਸੋ ਸਰਕਾਰ ਨੂੰ ਅਸੀਂ ਜਦੋਂ ਅੰਦਰ ਨੈਗੋਸੀਏਸ਼ਨ ਜਾਂਦੇ ਸੀ 11 ਮੀਟਿੰਗਾਂ ਦੇ ਵਿੱਚ, ਸਰਕਾਰ ਨੂੰ ਅਸੀਂ ਇਹ ਕਿਹਾ ਕਰਦੇ ਸੀ ਕਿ ਜੇ ਤੁਸੀਂ ਤਿੰਨੋਂ ਖੇਤੀ ਕਾਨੂੰਨਾਂ ਤੇ ਗੱਲ ਨਹੀਂ ਕਰਨੀ ਤਾਂ MSP ਤੇ ਕਰ ਲਓ, ਤੇ ਉਹ ਕਹਿੰਦੇ ਪਹਿਲਾਂ ਤਿੰਨੋਂ ਖੇਤੀ ਕਾਨੂੰਨਾਂ ਤੇ ਕਰੋ। ਸੋ ਮੈਂ ਸਮਝਦਾ ਕਿ ਅਗਰ MSP ਤੇ ਕੋਈ ਠੋਸ ਬਿਆਨ ਦੇਣ ਕਿ ਭਾਈ ਇਹ ਤੇ ਸੰਸਦ ਦੇ ਵਿੱਚ ਪਾਸ ਕਰਨ ਵੀ ਇਹ ਤੇ ਜਿਹੜਾ ਖਰੀਦ ਗਰੰਟੀ ਕਾਨੂੰਨ ਬਣੇਗਾ, ਬੇਕਰ ਸਰਕਾਰ ਨਹੀਂ ਖਰੀਦ ਸਕਦੀ, ਪਰ ਇੱਥੇ ਜਿਹੜਾ ਕਾਨੂੰਨ ਬਣੇਗਾ ਉਹਦੇ ਤੇ ਇਹ ਹੋ ਜਾਏ ਕੋਈ ਕ੍ਰਿਮੀਨਲ ਐਕਟ ਹੋਵੇ, ਕੋਈ ਜਿਵੇਂ ਹੁਣ ਇਹ ਪ੍ਰਾਵਧਾਨ ਇੱਥੇ ਉਹਨੀ ਸਪੇਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫੈਸਲਾ ਆਇਆ ਹੁਣ ਅੰਦੋਲਨ ਦੇ ਚਲਦੇ ਉਹਨੇ ਪ੍ਰੋਟੈਸਟ ਕੀਤੇ MSP ਤੇ। ਉਹਨਾਂ ਨੇ ਉੱਥੇ ਪਹਿਲਾਂ ਕੀਤਾ ਜਿਹੜਾ ਫਸਟ ਪਕੜਿਆ ਜਾਊਗਾ MSP ਤੋਂ ਨੀਚੇ ਖਰੀਦਦਾ ਹੋਇਆ ਵਪਾਰੀ, ਉਹਨੂੰ 10,000 ਯੂਰੋ ਦਾ ਜੁਰਮਾਨਾ, ਫਿਰ ਉਹਨੇ 50,000 ਦਾ ਕਰਤਾ, ਫਿਰ ਉਹਨਾਂ ਨੇ 1 ਲੱਖ ਯੂਰੋ ਦਾ ਕਰਤਾ, ਫਿਰ ਲਾਸਟ ਉਹਨਾਂ ਨੇ 1 ਕਰੋੜ ਦਾ ਕਰਤਾ। 1 ਕਰੋੜ ਮਤਲਬ 10 ਕਰੋੜ ਰੁਪਏ ਦਾ ਜੁਰਮਾਨਾ ਹੋ ਗਿਆ ਸਾਡਾ। ਤੇ ਉਹ ਜੁਰਮਾਨਾ ਜਿਹੜਾ ਉਹਨੇ ਪਨਿਸ਼ਮੈਂਟ ਰੱਖਤੀ ਆ ਵੀ ਜਿਹੜਾ ਤੂੰ ਥੱਲੇ ਖਰੀਦੂਗਾ। ਕੀ ਇਹ ਭਾਰਤ ਸਰਕਾਰ ਵੀ ਕਰ ਦੇਵੇ? ਜੇ ਆਪ ਨਹੀਂ ਖਰੀਦੀ ਕਰ ਸਕਦੇ ਤੇ ਇਹ ਕੋਈ ਇਦਾਂ ਦਾ ਪ੍ਰਾਵਧਾਨ ਲਿਆਉਣ ਜਿਹਦੇ ਵਿੱਚ MSP ਤੇ ਕੋਈ ਕ੍ਰਿਮੀਨਲ ਐਕਟ ਹੋਵੇ, 420 ਦਾ ਪਰਚਾ ਦਰਜ ਹੋਵੇ, ਉਹਨੂੰ ਪਨਿਸ਼ਮੈਂਟ ਹੋਵੇ ਵਪਾਰੀ ਨੂੰ, ਤਾਂ ਕਿ ਕਿਸਾਨ ਨੂੰ ਪੈਸੇ ਪੂਰੇ ਮਿਲਣ। ਤੇ ਸਰਕਾਰ ਤੇ ਵੀ ਕੋਈ ਬੋਝ ਨਹੀਂ ਪੈਣਾ, ਕੰਜ਼ਿਊਮਰ ਤੇ ਵੀ ਕੋਈ ਨਹੀਂ ਪੈਣਾ। ਇੱਕ ਇਹ ਭੁਲੇਖਾ ਪਾਇਆ ਜਾਂਦਾ ਕਿ ਕੰਜ਼ਿਊਮਰ ਤੇ ਕੋਈ ਬੋਝ ਪਏਗਾ। ਮੈਂ ਇਹ ਦੱਸਣਾ ਚਾਹੁੰਦਾ ਕਿ 1975 ਨੂੰ ਕਣਕ ਵਿਕੀ ਪੰਜਾਬ 'ਚ, 1975 ਨੂੰ ਉੱਥੇ 350 ਦੀ ਥੈਲੀ ਆਟੇ ਦੀ, ਤੇ ਜਿਹੜੇ ਬਿਹਾਰ ਤੇ ਰਾਜਸਥਾਨ ਦੇ ਜਿਸ ਏਰੀਏ ਸਰਕਾਰ ਨਹੀਂ ਖਰੀਦਦੀ ਉੱਥੇ 1200 ਨੂੰ 1300 ਨੂੰ ਕਣਕ ਵਿਕੀ ਆ, ਉੱਥੇ ਵੀ 350 ਦੀ ਥੈਲੀ। ਕਹਿਣ ਦਾ ਭਾਵ ਲੁੱਟ ਤਾਂ ਕਿਸਾਨ ਦੀ ਹੋਈ ਨਾ, ਕੰਜ਼ਿਊਮਰ ਤੇ ਕੋਈ ਭਾਰ ਨਹੀਂ ਪੈਣਾ। ਕੰਜ਼ਿਊਮਰ ਨੂੰ ਸਗੋਂ ਕੰਟਰੋਲ ਰੇਟ ਮਿਲੂਗਾ। ਜਿਹੜਾ ਇਹ ਵਪਾਰੀ ਭਰਮ ਫੈਲਾਉਂਦੇ ਨੇ ਭਈ ਜੀ ਇਹ ਹੁਣ ਘੱਟ ਪੈਦਾਵਾਰ ਹੋਈ ਆ ਤਾਂ ਰੇਟ ਵੱਧ ਸਾਨੂੰ ਖਰੀਦਣਾ ਪਿਆ ਤਦ ਰੇਟ ਵੱਧ ਗਿਆ, ਮੈਂ ਇਹ ਕਹਾਂਗਾ ਜਦੋਂ ਇਹਦੇ ਤੇ ਤੈਅ ਹੋਊਗਾ ਕਿ MSP ਤੇ ਖਰੀਦਿਆ, MSP ਤੇ ਵਿਕਣਾ, ਤਾਂ ਫਿਰ ਕੰਜ਼ਿਊਮਰ ਨੂੰ ਵੀ ਕੰਟਰੋਲ ਰੇਟ ਤੇ ਜਿਹੜੀ ਹਰ ਚੀਜ਼ ਦੀ ਖਰੀਦ ਸਕੇਗਾ, ਕਿਉਂਕਿ ਜਿੰਨੇ ਖਾਦ ਪਦਾਰਥ ਆ ਉਹ ਪੈਦਾ ਕਿਸਾਨ ਕਰਦਾ ਹੈ। ਸੋ ਇਸ ਤਰੀਕੇ ਦੇ ਨਾਲ ਮੈਂ ਇਹ ਸਮਝਦਾ ਵੀ ਇਹਦੇ ਤੇ ਕੋਈ ਕ੍ਰਿਮੀਨਲ ਐਕਟ ਦਾ ਕਾਨੂੰਨ ਬਣਨਾ ਚਾਹੀਦਾ, ਸਖਤ ਕੋਈ ਕਾਨੂੰਨ ਬਣਨਾ ਚਾਹੀਦਾ। ਉਹਦੇ ਲਈ ਸਰਕਾਰ ਹੁਣ ਹਾਮੀ ਭਰ ਦੇਵੇ ਸੰਸਦ ਦੇ ਵਿੱਚ, ਉਹਦੇ ਵਿੱਚ ਉਹਨੂੰ ਪਾਸ ਕਰ ਦੇਣ, ਮਤਾ ਪਾਸ ਕਰ ਦੇਣ ਇੱਕ ਭਾਵੇਂ ਵੀ ਜੀ ਅਸੀਂ ਇੱਥੇ ਜਿਹੜਾ ਗਰੰਟੀ ਕਾਨੂੰਨ ਖਰੀਦ ਗਰੰਟੀ ਕਾਨੂੰਨ ਬਣੂਗਾ, ਜੇ ਇੱਥੇ ਖਰੀਦੀ ਤੇ ਥੱਲੇ ਜਾਂਦਾ ਕੋਈ ਵਪਾਰੀ ਉਹ 'ਤੇ ਕ੍ਰਿਮੀਨਲ ਐਕਟ ਲੱਗੂਗਾ, ਕੋਈ ਦਰਜ ਹੋਊਗਾ, ਪਨਿਸ਼ਮੈਂਟ ਵੱਡੀ ਹੋਊਗੀ। ਤਾਂ ਫਿਰ ਮੈਂ ਸਮਝਦਾ ਉੱਥੇ ਕਮੇਟੀ ਵੀ ਬਣ ਜਾਵੇ ਤਾਂ ਸਹਿਮਤੀ ਬਣ ਜਾਊਗੀ, ਅੰਦੋਲਨ ਬਿਲਕੁਲ ਖਤਮ ਹੋ ਜਾਏਗਾ। ਇਹ ਸਰਕਾਰ ਨੂੰ ਚਾਹੀਦਾ ਹੈ ਹੁਣ ਕਿ ਉਹਦੇ ਉੱਤੇ ਕੋਈ ਠੋਸ ਬਿਆਨ ਦੇਵੇ। ਮੰਗਾਂ ਸਾਡੀਆਂ ਪਹਿਲਾਂ ਦੀਆਂ ਹੀ ਨੇ, ਨਾਲ ਮੁੱਖ ਮੰਗ ਹੈ MSP ਦੀ, ਉਹਨੂੰ ਇਹ ਸਰਕਾਰ ਛੱਡਣਾ ਚਾਹੁੰਦੀ ਆ, ਅਸੀਂ ਕਹਿੰਦੇ ਉਹ ਨਾਲ ਲੈ ਕੇ ਚੱਲੋ। ਤਾਂ MSP ਦੀ ਜਿਹੜੀ ਆ ਉਹਨੂੰ ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਸੋਹਣੇ ਤਰੀਕੇ ਨਾਲ ਸਮਝਾਇਆ ਪਿਆ। ਆਖਰ MSP ਦੀ ਜਿਹੜੀ ਮੰਗ ਹੈਗੀ ਉਹ ਕਿੰਨੀ ਕੁ ਅਹਿਮ ਹੈ ਔਰ ਖਾਸ ਕਰਕੇ ਬਾਕੀ ਰਾਜਾਂ ਵਾਸਤੇ, ਪੰਜਾਬ ਹਰਿਆਣਾ ਤੋਂ ਬਗੈਰ ਉਹਨਾਂ ਵਾਸਤੇ ਕਿੰਨੀ ਅਹਿਮ ਹੈ, ਕਿਉਂਕਿ ਅਗਵਾਈ ਬੇਸ਼ੱਕ ਪੰਜਾਬ ਨੇ ਕੀਤੀ, ਹਰਿਆਣਾ ਨੇ ਕੀਤੀ, ਬਾਕੀ ਵੀ ਨਾਲ ਜੁੜ ਕੇ ਵੱਧ ਆਏ ਘੱਟ ਆਏ, ਉਹਨਾਂ ਦੇ ਕਿੰਨੇ ਕੁ ਆਏ ਪਰ ਆਏ, ਔਰ ਉਹਨਾਂ ਨੇ ਆਸ ਤੱਕੀ, ਇੱਕ ਪੰਜਾਬ ਤੋਂ ਆਸ ਤੱਕੀ ਵੀ ਇਹ ਲੜਦੇ ਪਏ ਆ ਤਾਂ ਸਾਨੂੰ ਕੋਈ ਮਿਲੂਗਾ। ਜਦੋਂ ਕੁਛ ਦੇਸ਼ ਵਿਆਪੀ ਜਿਹੜੇ ਕੋਈ ਐਲਾਨ ਹੁੰਦੇ ਸੀ ਵੀ ਜਿੱਦਾਂ ਰੇਲਾਂ ਰੋਕਣ ਦਾ ਸੀਗਾ ਜਾਂ ਭਾਰਤ ਬੰਦ ਦਾ ਸੀਗਾ, ਉਦੋਂ ਉੜੀਸਾ, ਤਾਮਿਲ ਸਾਰੇ ਇਲਾਕਿਆਂ 'ਚੋਂ ਵਿਸ਼ਵ ਜਿਹੜਾ ਭਾਰਤ ਦੇ ਸਾਰੇ ਇਲਾਕਿਆਂ ਵਾਲੇ ਲੋਕਾਂ ਨੇ ਸਾਥ ਦਿੱਤਾ, ਕਿਉਂਕਿ ਇੱਕ ਆਸ ਸੀ ਵੀ ਪੰਜਾਬ ਲੜਦਾ ਪਿਆ, ਉਹ ਲੜਦੇ ਆ ਜਿਹੜੇ ਬਹਾਦਰ ਲੋਕ ਆ। ਕਿਉਂਕਿ ਸੱਚਮੁੱਚ ਉਹ ਪਹਿਲਾਂ ਜਿੱਦਾਂ ਮਹਾਰਾਸ਼ਟਰ ਹੋਰ ਕਿਸਾਨ ਨਾ ਦਿੱਲੀ ਆਏ ਸੀ ਲੜਨ, ਅਸੀਂ ਉਦੋਂ ਖੈਰ ਪੱਤਰਕਾਰੀ ਨਹੀਂ ਕਰਦੇ, ਫੋਟੋ ਵੇਖਦੇ ਹੁੰਦੇ, ਕੋਈ ਉਹ ਨੰਗੇ ਪਿੰਡੇ ਕਿੰਨੇ ਮਹੀਨੇ ਵਿਚਾਰੇ ਬੈਠੇ ਰਹੇ, ਕਈ ਉਹ ਗਲ 'ਚ ਖੋਪੜੀਆਂ ਪਾ ਕੇ ਆਏ, ਕਈਆਂ ਨੇ ਆਪਦਾ ਪਿਸ਼ਾਬ ਪੀਤਾ, ਵੀ ਕਿਆ ਵੀ ਭਾਰਤ ਸਰਕਾਰ ਇੰਨੀ ਕਾਇਰ ਹੋ ਚੁੱਕੀ ਆ ਵੀ ਅੰਨਦਾਤਾ ਤਾਂ ਕਹਿੰਦੀ ਹੈ ਪਰ ਜ਼ੁਲਮ ਕਰਦੀ ਹੈ। ਤਾਂ ਪੰਜਾਬ ਨੇ ਨਾ ਤੇ ਉਹ ਗਲ 'ਚ ਹੱਡੀਆਂ ਪਾ ਕੇ ਮਰ ਗਏ ਲੁੱਟ ਕੇ ਕੀਤਾ, ਇਹਨਾਂ ਨੇ ਜੂਝ ਕੇ ਦਿਖਾਇਆ, ਕਹਿੰਦਾ ਵੀ ਆਹ ਬੈਠੇ ਆ, ਜਿੱਦਣ ਕਹੋਗੇ ਵੀ ਬਸ ਜੀ ਹੁਣ ਸਾਡੇ ਹੱਥ ਖੜੇ ਆ ਫਿਰ ਜਾਵਾਂਗੇ, ਔਰ ਅਖੀਰ ਨੂੰ ਉਹਨਾਂ ਨੇ ਹੱਥ ਖੜੇ ਕੀਤੇ। ਔਰ ਪ੍ਰਕਾਸ਼ਪੁਰ ਵਾਲੇ ਸੱਚੇ ਪਾਤਸ਼ਾਹ ਦਾ ਜਿਹੜਾ ਦਿੱਤਾ ਭਰੋਸਾ ਸੀਗਾ, ਉਹਦੀ ਕਿੱਡੀ ਸੋਹਣੀ ਜਿੱਤ ਹੋਈ ਆ। ਔਰ ਜਿਹੜੇ ਆਸ ਤੱਕ ਰਹੇ ਆ ਪੰਜਾਬ ਵੱਲ ਦੇਖ ਕੇ, ਉਹ ਸੂਬੇ ਜਿੱਦਾਂ, ਕਿਉਂਕਿ ਇਤਿਹਾਸ ਆ ਨਾ, ਇਤਿਹਾਸ 'ਚ ਪੱਖ ਆਉਂਦਾ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ, ਗਜ਼ਨਵੀ, ਵੱਡੇ ਵੱਡੇ ਜਿਹੜੇ ਆ ਲੁਟੇਰੇ ਆਉਂਦੇ ਸੀਗੇ, ਸਾਰਾ ਮੁਲਕ ਲੁੱਟ ਲਿਆਉਂਦੇ ਸੀਗੇ, ਪੰਜਾਬ 'ਚ ਆ ਕੇ ਪੰਜਾਬ ਵਾਲੇ ਉੱਡ ਲੁੱਟ ਲੈਂਦੇ ਸੀਗੇ। ਉਹਨਾਂ ਨੇ ਗੁਜਰਾਤ ਦੇ ਸੋਮਨਾਥ ਦੇ ਮੰਦਿਰ ਦੇ ਸੋਨੇ ਦੇ ਜਿਹੜੇ ਦਰਵਾਜ਼ੇ ਆ, ਪ੍ਰਵੇਸ਼ ਦੁਆਰ, ਉਹ ਲਾ ਲਏ। ਪੰਜਾਬ 'ਚ ਆਏ ਅੱਗੇ ਸੂਰਮੇ ਬੈਠੇ ਸੀ ਕਸ਼ਹਿਰਿਆਂ ਵਾਲੇ, ਉਹਨਾਂ ਨੇ ਖੋਹ ਕੇ ਦਰਵਾਜ਼ੇ ਹਰਿਮੰਦਰ ਸਾਹਿਬ ਲਾ ਲਏ। ਤਾਂ ਇਹ ਸਾਡੀ ਵਿਲੱਖਣਤਾ ਆ। ਤਾਂ ਉਹ ਦੇਖਦੇ ਸੀ ਵੀ ਸ਼ਾਇਦ ਯਾਰ ਇਹਨੇ ਸਾਰਾ ਕੁਝ ਲੁੱਟ ਲਿਆ ਮੋਦੀ ਨੇ, ਹੁਣ ਇਹ ਆ
ਜੇ ਟੱਕਰ ਲੈ ਸਕਦੇ ਆ ਤਾਂ ਉਹਨਾਂ ਦਾ ਭਰੋਸਾ ਜਿਹੜਾ ਹੋਗਾ ਉਹ ਵੀ ਬਣਿਆ ਰਹੇਗਾ। ਬਿਲਕੁਲ ਦੇਖੋ ਇਹ ਗੱਲ ਬੜੀ ਵਾਹਿਗੁਰੂ ਦੀ ਥਾਪੜਾ ਹੈ ਸਾਨੂੰ, ਸਾਡੇ ਦਸਮ ਪਿਤਾ ਦਾ, ਜਿਨ੍ਹਾਂ ਨੇ ਇਹ ਕੌਮ ਨੂੰ ਸਾਜਿਆ ਹੈ। ਤੇ ਮੈਂ ਸਮਝਦਾ ਵੀ ਇਹ ਅੱਜ ਉਹ ਆਸ਼ਾ ਲਾ ਕੇ ਬੈਠੇ ਨੇ ਵੀ ਯਾਰ ਇਹ ਕੁਝ ਸਾਨੂੰ ਦੁਆ ਕੇ ਵੀ ਜਾਣਗੇ, ਇਹ ਆਸ਼ਾ ਵੀ ਹੈ ਵੀ ਇਹ ਜੇ ਆਏ ਨੇ ਕੁਝ ਦੁਆ ਕੇ ਜਾਣਗੇ। ਸੋ ਅਸੀਂ ਇਸ ਗੱਲ ਨੂੰ ਕਹਿੰਦੇ ਹਾਂ ਵੀ ਦ੍ਰਿੜਤਾ ਨਾਲ ਕਹਿੰਦੇ ਹਾਂ ਕਿ ਐਮਐਸਪੀ ਨੂੰ ਲਿਖ ਕੇ ਦੇਵਾਂਗੇ। ਐਮਐਸਪੀ ਤੇ ਸਰਕਾਰ ਅਨਾਉਂਸ ਕਰੇ, ਕਾਨੂੰਨ ਬਣੇਗਾ, ਉੱਤੇ ਕਮੇਟੀ ਬਣਾਏ, ਟਾਈਮ ਬਾਉਂਡ ਕਰੇ। ਜੇ ਉਸ ਟਾਈਮ ਦੇ ਵਿੱਚ ਐਮਐਸਪੀ ਨਹੀਂ ਬਣਾਉਂਦੀ, ਕਾਨੂੰਨ ਨਹੀਂ ਬਣਾਉਂਦੀ, ਤਾਂ ਫਿਰ ਬਕਾਇਦਾ ਇਸੇ ਤਰ੍ਹਾਂ ਪ੍ਰੋਟੈਸਟ ਫਿਰ ਜਾਰੀ ਕਰਾਂਗੇ, ਸਰਕਾਰ ਦੇ ਗਲੇ ਨੂੰ ਫਿਰ ਗਲਾਮਾ ਪਾ ਲਾਂਗੇ। ਔਰ ਮੈਨੂੰ ਜੋ ਜਾਪਦਾ ਹੈ, ਕਿਉਂਕਿ 2024 'ਚ ਇਹ ਤੋਂ ਵੱਡਾ ਗਲਾਮਾ ਪੈ ਸਕਦਾ, ਉਸ ਤੋਂ ਪਹਿਲਾਂ ਸਰਕਾਰ ਜੇ ਨਹੀਂ ਕਾਨੂੰਨ ਬਣਾਉਂਦੀ, ਤਾਂ ਇਸ ਕਰਕੇ ਆਪਾਂ ਹੁਣ 22 ਚੱਲ ਪੈਣਾ ਤੇ ਆਪਾਂ 23 'ਚ ਫੇਰ ਕਰ ਸਕਦੇ ਹਾਂ। ਕੋਈ ਐਡੀ ਗੱਲ ਨਹੀਂ ਹੈ, ਸਰਕਾਰ ਦੇ ਦੁਆਲੇ ਫੇਰ ਆਪਾਂ ਉਹਦੇ ਗਲਾਮਾ ਪਾ ਲਈਏ। ਸੋ ਕੋਈ ਘਬਰਾਉਣ ਦੀ ਗੱਲ ਨਹੀਂ, ਐਮਐਸਪੀ ਲੈ ਕੇ ਦੇਵਾਂਗੇ, ਦ੍ਰਿੜਤਾ ਨਾਲ ਹੈ। ਜੇ ਉਹਨਾਂ ਦੀ ਆਸ਼ਾ ਹੈ ਆਪਣੀ ਕੌਮ ਦੇ ਇਤਿਹਾਸ ਤੇ ਤਬਾਹ ਨਹੀਂ ਲੱਗਣ ਦੇਵਾਂਗੇ, ਇੱਕ ਦ੍ਰਿੜਤਾ ਨਾਲ ਵਿਸ਼ਵਾਸ ਹੈ। ਸੋ ਇਸ ਕਰਕੇ ਅੰਦੋਲਨ ਨੂੰ ਇਹਦੀ ਰੂਪਰੇਖਾ ਚੇਂਜ ਕਰਕੇ ਕਿਸੇ ਤਰੀਕੇ ਦੇ ਨਾਲ, ਤਾਂ ਕਿ ਕਿਉਂਕਿ ਸਰਕਾਰ ਨੂੰ ਵੀ ਉਹ ਕਹਿੰਦੇ ਟਾਈਮ ਚਾਹੀਦਾ, ਕਿਉਂਕਿ ਜਿਹੜਾ ਐਮਐਸਪੀ ਬਣਨੀ ਆ ਇਹਨੇ ਪੂਰੇ ਪ੍ਰੋਸੈਸ 'ਚ ਹੋ ਕੇ ਗੁਜ਼ਰਨਾ ਹੈ। ਸੋ ਉਹਦੇ ਲਈ ਅਸੀਂ ਟਾਈਮ ਦੇਣ ਨੂੰ ਤਿਆਰ ਹਾਂ, ਪਰ ਪਹਿਲਾਂ ਅਨਾਉਂਸ ਕਰੇ ਉਹਦੇ ਸੰਸਦ ਦੇ ਵਿੱਚ ਕਿ ਇਹਦੇ ਉੱਤੇ ਜਿਹੜਾ ਕਾਨੂੰਨ ਹੈ ਉਹ ਐਮਐਸਪੀ ਤੇ ਬਣ ਜਾ ਰਿਹਾ। ਤਾਂ ਇੱਕ ਚਿੱਠੀ ਜਿਹੜੀ ਹੈਗੀ ਆ, ਉਦੋਂ ਤੁਸੀਂ ਮੀਟਿੰਗ ਦੇ ਵਿੱਚ ਕਿਹਾ ਸੀਗਾ ਵੀ ਚਿੱਠੀ ਲਿਖੀ ਜਾਊਗੀ ਪ੍ਰਧਾਨ ਮੰਤਰੀ ਨੂੰ, ਲਿਖਤੀ ਹੋਣੀ ਹੈ ਮੇਰੇ ਖਿਆਲ 'ਚ। ਤਾਂ ਉਹ 'ਚ ਮੰਗਾਂ ਸੀਗੀਆਂ 3-4, ਇੱਕ ਤਾਂ ਪਰਚੇ ਰੱਦ ਕਰਨ ਦੀ ਸੀਗੀ, ਕੁਛ ਜਿਹੜੇ ਕਿਸਾਨਾਂ ਦੀਆਂ ਕੁਰਬਾਨੀਆਂ ਹੋਈਆਂ, ਜਾਨਾਂ ਚਲੇ ਗਈਆਂ, ਸ਼ਹੀਦੀਆਂ, ਉਹਨਾਂ ਦੇ ਵਾਸਤੇ ਕੁਛ ਜਿਹੜਾ ਹੈਗਾ ਉਹ ਭੱਤਾ ਹੈਗਾ ਉਹਦੀ ਸੀਗੀ। ਤਾਂ ਉਹ ਮੈਂ ਪਰਚਿਆਂ ਵਾਲੀ ਗੱਲ ਤੇ ਆਉਣਾ ਜੀ। 26 ਤਰੀਕ ਨੂੰ ਬਹੁਤ ਸਾਰੇ ਹੋਰ ਵੀ ਪਰਚੇ ਹੋਏ ਆ ਪੰਜਾਬ 'ਚ। ਤਾਂ ਚਲੋ ਚੰਨੀ ਸਰਕਾਰ ਨੇ ਕਿਹਾ ਹੈਗਾ ਕਿਉਂਕਿ ਵੋਟਾਂ ਨੇੜੇ ਆ ਤੇ ਕੰਮ ਬੜੇ ਹੱਲ ਹੋ ਜਾਣੇ, ਚਲੋ ਵੋਟਾਂ ਦੇ ਲਾਲਚ 'ਚ ਸਹੀ, ਪਹਿਲਾਂ ਦਰਜ ਕਰਨ ਵਾਲੇ ਵੀ ਕਾਲੇ ਹੁੰਦੇ, ਫਿਰ ਚਲੋ ਰੱਦ ਕਰਤੇ ਵੋਟਾਂ ਦੇ ਲਾਲਚ। ਹਰਿਆਣੇ 'ਚ ਬਹੁਤ ਪਰਚੇ ਹੋਏ ਆ, ਔਰ ਸਭ ਤੋਂ ਵੱਧ ਜਿਹੜੇ ਮੈਨੂੰ ਲੱਗਦਾ ਵੀ ਨਜਾਇਜ਼ ਜੇ ਪਰਚੇ ਸੀ ਨਾ, ਹੁੰਦੀ ਤਾਂ ਬਾਕੀ ਵੀ ਨਜਾਇਜ਼ ਹੀ ਆ, ਪਰ ਉੱਥੇ ਕਈ ਵਾਰ ਕਿਸੇ ਦਾ ਕੱਛਾ ਪਾੜਦਾ, ਕਿਸੇ ਦੀ ਕਾਰ ਦਾ ਵਿਰੋਧ ਹੋ ਗਿਆ, ਉੱਥੇ ਇੱਕ ਬਹਾਨਾ ਹੁੰਦਾ ਯਾਰ ਇਹਨਾਂ ਨੇ ਤਾਂ ਕੀਤਾ। ਲਾਲ ਕਿਲ੍ਹੇ 'ਚ ਗਏ ਮੁੰਡਿਆਂ ਦੇ ਪਰਚੇ ਹੋਏ ਆ, ਉਹ ਵੀ ਪਰਚੇ ਜਿਹੜੇ ਰੱਦ ਕਰਾਉਣ ਦੀ ਮੰਗ ਵਿੱਚ ਹੋਊਗੀ ਕਿ ਜਿਸ ਤਰ੍ਹਾਂ ਪਹਿਲਾਂ 26 ਨੂੰ ਕਹਿੰਦਾ ਸੀ ਸਾਡੇ ਕੁਝ ਨਹੀਂ ਲੱਗਦੇ, ਇਹ ਗਦਾਰ ਹੈ, ਕਿ ਉਹਨਾਂ ਨੂੰ ਹੁਣ ਫਿਰ ਛੱਡ ਦਿਓਗੇ? ਨਹੀਂ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ। 26 ਤਰੀਕ ਸ਼ਾਮ 7 ਵਜੇ ਦੀ ਮੇਰੀ ਵਾਈਟ ਕਢਾ ਕੇ ਦੇਖ ਲਿਓ BBC ਚੈਨਲ ਤੇ। ਔਰ ਕਿਉਂਕਿ ਮੈਨੂੰ ਉਹੀ ਚੈਨਲ ਉਸ ਵੇਲੇ ਮਿਲਿਆ ਸੀ ਕਿ ਉਹ ਤੁਸੀਂ ਵੀ ਸਾਰੇ ਸੀਗੇ, ਪਰ ਉਸ ਵੇਲੇ ਕੁਦਰਤੀ ਉੱਧਰੋਂ ਆਉਂਦਿਆਂ ਮਿਲ ਗਏ। ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਅੰਦਰ ਗਏ ਸੀ? ਮੈਂ ਕਿਹਾ ਗਏ ਸੀ। ਉਹਨਾਂ ਨੇ ਕਿਹਾ ਤੁਹਾਡਾ ਆਹ ਰੂਟ ਸੀਗਾ, ਤੁਸੀਂ ਕਿਵੇਂ ਚਲੇ ਗਏ? ਤਾਂ ਮੇਰੀ ਵਾਈਟ 'ਚ ਮੈਂ ਕਿਹਾ ਕਿ ਸਾਡੇ ਸੀ, ਉਹ ਚਲੇ ਗਏ, ਉਹਨਾਂ ਨੂੰ ਵਾਪਸ ਲੈ ਕੇ ਆਏ ਆ। ਸਾਡੇ ਨਾਲ ਮਾਮਾ ਨੇ ਪੁੱਤ ਤੋਰੇ ਨੇ, ਸਾਡੇ ਨੇ। ਸੋ ਜੇ ਉਹਨਾਂ ਨੇ ਪਰਚੇ ਦਰਜ ਹੋਣੇ ਫਿਰ ਵੀ ਉਹ ਸਾਡੇ ਨੇ, ਤੇ ਅਸੀਂ ਉਹ ਪਰਚੇ ਉਹ ਵੀ ਕਿਉਂ ਨਹੀਂ ਕਰਾਵਾਂਗੇ ਕੈਂਸਲ? ਟੋਟਲ ਦੇ ਟੋਟਲ ਜਿਹੜੇ ਤੁਹਾਡੇ ਨਾਲ ਦੇ ਤੁਹਾਡਾ ਜਿਹੜਾ ਲੀਡਰਸ਼ਿਪ ਦਾ ਟੋਲਾ ਹੈਗਾ, ਉਹਨਾਂ 'ਚੋਂ ਬਹੁਤ ਸਾਰਿਆਂ ਨੇ ਬੜੇ ਜਿਹੜਾ ਭੱਦੇ ਜਿਹੇ ਸ਼ਬਦਾਂ 'ਚ ਕਿਹਾ ਸੀ ਸਾਡੇ ਕੁਝ ਨਹੀਂ ਲੱਗਦੇ, ਇਹ ਗੁੰਡੇ ਆ, ਇਹ ਗਦਾਰ ਆ, ਨਾਰੇ ਮਾਰੀ ਜਾਂਦੇ ਸਟੇਜ ਤੋਂ। ਸਿਆਣੇ ਬਿਆਣੇ ਬੰਦੇ ਸੀਗੇ, ਜਿਨ੍ਹਾਂ ਦੇ ਪੁੱਤ ਉਹਨਾਂ ਦੀਆਂ ਪੱਗਾਂ ਲਾਈਆਂ, ਨਾਲੇ ਪੁਲਿਸ ਨੇ ਕੁੱਟੇ, ਨਾਲੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਨਾਲੇ ਇਰਾਦਾ ਕਤਲ ਦੇ, ਦੇਸ਼ ਧਰੋਹੀ ਦੇ ਕਿੱਡੀਆਂ ਗੰਦੀਆਂ ਧਾਰਾਵਾਂ ਲਾ ਕੇ ਬਦਨਾਮ ਕਰਤੇ ਮੁੰਡੇ। ਤਾਂ ਤੁਹਾਨੂੰ ਲੱਗਦਾ ਵੀ ਉਹ ਕਾਸ਼ ਉਹ ਬਿਆਨ ਨਾ ਦਿੱਤੇ ਹੁੰਦੇ ਤਾਂ ਸਵਾਲ ਹੀ ਨਾ ਖੜੇ ਹੁੰਦੇ? ਦੇਖੋ ਕਈ ਵਾਰੀ ਅੰਦੋਲਨ ਦੇ ਦੌਰਾਨ ਇਨਸਾਨ ਇਹ ਗਲਤੀਆਂ ਕਰ ਲੈਂਦਾ, ਤੇ ਉਹ ਹੁਣ ਅਸੀਂ ਤੁਹਾਨੂੰ ਇੱਥੇ ਓਪਨ ਨਹੀਂ ਦੱਸ ਸਕਦੇ। ਅਸੀਂ ਮੀਟਿੰਗਾਂ 'ਚ ਬਹਿ ਕੇ ਉਹਨਾਂ ਆਪਣੇ ਆਗੂਆਂ ਨੂੰ ਕਿੰਨੀ ਤਾੜਨਾ ਕੀਤੀ ਵੀ ਤੁਸੀਂ ਆਹ ਸ਼ਬਦ ਨਾ ਬੋਲਦੇ ਤਾਂ ਚੰਗਾ ਸੀ, ਇਹ ਗਲਤ ਬੋਲੇ ਗਏ ਤੁਹਾਡੇ ਸ਼ਬਦ। ਪਰ ਅਸੀਂ ਉਹਨਾਂ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਸਟੇਜਾਂ ਤੋਂ ਜਾ ਕੇ ਵੀ ਸਾਡੇ ਬੱਚਿਆਂ ਦਾ, ਸਾਡੇ ਨੌਜਵਾਨਾਂ ਦਾ ਮਨ ਜਿਹੜਾ ਉਹ ਕਿਤੇ ਦੁਖੀ ਨਾ ਹੋਣ। ਬੇਸ਼ੱਕ ਉਹ ਕਿਸੇ ਭਾਵਨਾ ਨਾ ਆਏ, ਉਹ ਨੌਜਵਾਨ ਆਏ ਤਾਂ ਇਸ ਅੰਦੋਲਨ ਲਈ ਸੀ ਨਾ, ਤੇ ਇੱਕ ਲਾਏ ਸੀ ਵੱਧ ਤੋਂ ਵੱਧ ਤੇ ਅੰਦੋਲਨ ਜਿਹੜੇ ਨੌਜਵਾਨ ਹੁੰਦੇ ਇਹਨਾਂ ਦਾ ਜੋਸ਼ ਹੁੰਦਾ, ਗੁੱਸਾ ਹੁੰਦਾ, ਠੀਕ ਆ, ਉਹ ਸਾਡੇ ਗੁੱਸੇ ਨੂੰ ਸਰਕਾਰ ਗਲਤ ਇਸਤੇਮਾਲ ਕਰ ਗਈ, ਪਰ ਉਹਨਾਂ ਦੀ ਭਾਵਨਾ ਗਲਤ ਨਾ ਸੀ। ਮੈਂ ਕਹਿੰਦਾ ਮੇਰੀ ਆਪਣੀ ਦ੍ਰਿੜਤਾ ਨਾਲ ਮੈਂ ਕਹਿੰਦਾ ਵੀ ਕਿਸੇ ਦੀ ਭਾਵਨਾ ਗਲਤ ਨਾ ਸੀ। ਸੋ ਇਸ ਕਰਕੇ ਕਲੀਅਰ ਕੱਟ ਹੈ, ਸਾਡੇ ਨੇ ਉਹ, ਅਸੀਂ ਇੱਕ ਪਰਚਾ ਇਹ ਪੰਜਾਬ ਤੋਂ ਜਿਉਂ ਸ਼ੁਰੂ ਹੋਏ ਇਸ ਅੰਦੋਲਨ, ਚਾਹੇ ਉਹ ਟ੍ਰੇਨਾਂ ਤੇ, ਚਾਹੇ ਟੋਲਾਂ ਤੇ, ਚਾਹੇ ਕਿਤੇ ਪਰਚਾ ਦਰਜ ਹੋਇਆ, ਜਦੋਂ ਇੱਥੇ ਆ ਕੇ ਚਾਹੇ ਉਹ 26 ਵਾਲੇ ਪਰਚੇ ਆ, ਚਾਹੇ ਕੋਈ ਹੋਰ ਪਰਚੇ ਆ, ਚਾਹੇ ਤੁਸੀਂ ਲਾ ਲਓ ਵੀ ਹੁਣ ਆਹ ਲਖੀਮਪੁਰ ਖੀਰੀ ਵਾਲੇ ਪਰਚੇ ਆ, ਇਹ ਜਿੰਨੇ ਪਰਚੇ ਨੇ ਇਹ ਸਾਰੇ ਦੇ ਸਾਰੇ ਇਹਨਾਂ ਨੂੰ ਕਹਾਂਗੇ ਰੱਦ ਕਰੋ। ਇਹਦੇ ਵਿੱਚ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈ NIA ਦੇ ਨੋਟਿਸ ਨੇ, ਲੰਗਰਾਂ ਨੂੰ ਨੇ, ਪ੍ਰੈਸ ਵਾਲੇ ਵੀਰਾਂ ਨੂੰ ਨੇ, ਔਰ ਉਹ ਸਾਰੇ ਅਸੀਂ ਉਹ ਵੀ ਵਾਪਸ ਕਰਾਉਣੇ ਆ। ਫਿਰ ਇਹਨਾਂ ਨੇ ਬਲੈਕ ਲਿਸਟ ਤਿਆਰ ਕੀਤੀ ਹੈ, ਜਿਹੜੇ NRI ਭਰਾਵਾਂ ਨੇ ਸਾਡੀ ਮਦਦ ਕੀਤੀ, ਹੋਰ ਕਿਸੇ ਧਾਰਮਿਕ ਸ਼ਖਸੀਅਤਾਂ ਨੇ ਸਾਡੀ ਮਦਦ ਕੀਤੀ ਹੈ, ਤੇ ਉਹ ਬਲੈਕ ਲਿਸਟ ਜਿਹੜੀ ਆ ਉਹ ਵੀ ਇਹਨਾਂ ਦੇ ਕੋਲੋਂ ਰੱਦ ਕਰਾਉਣੀ ਹੈ, ਖਤਮ ਕਰਾਉਣੀ ਹੈ। ਫਿਰ ਇਹ ਅੰਦੋਲਨ ਖਤਮ ਹੋਣਾ। ਉਹ ਸਾਡੀਆਂ ਮੰਗਾਂ ਦਾ ਚਾਰਟਰ ਇਹਨਾਂ ਨੂੰ ਅਸੀਂ ਦੇ ਦਿੱਤਾ ਵੀ ਇਹਨੂੰ ਮੰਨ ਲਓ, ਫਿਰ ਅਸੀਂ ਅੰਦੋਲਨ ਆਪਣਾ ਸਮੇਟ ਕੇ ਘਰ ਚਲੇ ਜਾਵਾਂਗੇ। ਜਦੋਂ ਕੁਝ ਸੰਘਰਸ਼ ਜਿਹੜੇ ਲੰਮੇ ਚੱਲਦੇ ਹੁੰਦੇ, ਜਦੋਂ ਉਹਨਾਂ ਦਾ ਸਮਾਂ ਹੁੰਦਾ, ਅੰਤ ਹੁੰਦਾ, ਤਾਂ ਮੰਗਾਂ ਦੇ ਵਿੱਚ ਇਹ ਤਾਂ ਜਿਹੜਾ ਪੈਂਦੀ ਸੱਟੇ ਹੁੰਦੇ ਵੀ ਜਿਹੜੇ ਪਰਚੇ ਪੁਰਚੇ ਆ ਭਾਈ ਉਹ ਰੱਦ ਕਰੋ।
ਤਾਂ ਪਰਚੇ ਰੱਦ ਹੋਣਗੇ, ਪਰ ਨਾਲ ਹੀ ਜਿਹੜਾ ਕੁਝ ਝੱਲਿਆ ਹੈਗਾ ਬਹੁਤ ਸਾਰੇ ਲੋਕਾਂ ਨੇ, ਜਿੱਦਾਂ ਪੁਲਿਸ ਵੱਲੋਂ ਕੁੱਟਮਾਰ ਚੱਲੀ ਆ, ਤਸ਼ੱਦਦ ਝੱਲਿਆ, ਉਹ ਜਿਹੜਾ ਉਹਨਾਂ ਦੇ ਪਿੰਡੇ ਤੋਂ ਯਾਦ ਹੀ ਰਹੂਗਾ। ਇੱਕ ਜਿੱਦਾਂ ਤੁਸੀਂ ਕਿਹਾ ਵੀ ਮੀਟਿੰਗ ਦੇ ਵਿੱਚ ਜਿਹੜੇ ਕੋਈ ਲੀਡਰਾਂ ਨੇ ਉਦੋਂ ਮੁੰਡਿਆਂ ਬਾਰੇ ਕੋਈ ਗਲਤ ਬਿਆਨਬਾਜ਼ੀਆਂ, ਕਿਉਂਕਿ ਉਹਦੇ ਕਰਕੇ ਨੁਕਸਾਨ ਬਹੁਤ ਹੋਇਆ, 2 ਧੜਿਆਂ 'ਚ ਵੰਡਿਆ ਗਿਆ ਸੀ ਮੋਰਚਾ, ਆਂਦੇ ਸੀ ਵੀ ਇਹ ਕਾਮਰੇ ਲੀਡਰ ਆ, ਇਹ ਬੁੱਢੇ ਆ, ਇਹ ਮੁੰਡੇ ਆ, ਐਦਾਂ ਕੁਝ ਬੜਾ ਨੁਕਸਾਨ ਜਾ ਹੋਇਆ ਕਰ। ਤਾਂ ਹੁਣ ਵੀ ਕਈ ਜਿਹੜੇ ਲੀਡਰ ਆ ਨਾ, ਬਿਆਨਬਾਜ਼ੀ ਜਦੋਂ ਕਰਦੇ, ਜਿੱਦਾਂ ਕਹਿੰਦੇ ਵੀ ਉਹ ਪਰਸੋਂ 'ਚ ਉੱਥੇ ਰੁਲਦੂ ਸਿੰਘ ਦਾ ਬਿਆਨ ਸੀ, ਕਹਿੰਦੇ ਵੀ ਉਹ ਗੁਰਪੁਰਬ ਤੇ ਕਰਤੇ, ਇਹ ਰਲ ਗੱਡ ਕਰਤਾ, ਅਸੀਂ ਗੁਰਪੁਰਬ ਦੇ ਪਟਾਕੇ ਚਲਾਏ ਸੀ, ਉਹ ਕਿਸਾਨ ਜਿੱਤ ਦੇ ਪਟਾਕੇ ਹੋ ਗਏ, ਉਹ ਪਟਾਕਿਆਂ ਦਾ ਫਿਕਰ ਜਿਹਾ ਜਾਪਦਾ। ਇਹ ਤੁਹਾਨੂੰ ਲੱਗਦਾ ਵੀ ਕੁਝ ਲੀਡਰਾਂ ਨੂੰ ਸਿੱਖੀ ਤੋਂ ਨਫ਼ਰਤ ਆ ਕਿ ਉਹਨਾਂ ਨੂੰ ਐ ਵੀ ਇਹ ਜਿਹੜਾ ਸਿਹਰਾ ਸੀਗਾ ਇਹ ਪੰਥ ਦੇ ਨਾਲ ਸਿਰ ਵੱਜਦਾ, ਇਹਦੀ ਵਜ੍ਹਾ ਕੀ ਆ? ਇਹ ਸਾਲ ਹੋ ਗਿਆ ਸਾਨੂੰ ਸਮਝ ਨਹੀਂ ਆਈ, ਤੁਹਾਨੂੰ ਆਈ ਆ? ਤੁਸੀਂ ਤਾਂ ਵਿੱਚ ਬਹਿਣੇ 'ਚ 5-5 6-6 ਘੰਟੇ ਇਹਨਾਂ ਦੇ। ਨਹੀਂ, ਮੈਂ ਇਹ ਕਹਾਂਗਾ ਸੀਨੀਅਰ ਆਗੂ ਨੇ, ਸਾਤੋਂ ਵੱਡੇ ਨੇ, ਮੈਂ ਇਹ ਨਹੀਂ ਕਹਾਂਗਾ ਕਿ ਪੰਥ ਦੇ ਵਿਰੋਧੀ ਨੇ, ਮੈਂ ਇਹ ਕਹਾਂਗਾ ਕਾਹਲ ਕਰ ਜਾਂਦੇ ਨੇ, ਜਲਦਬਾਜ਼ੀ ਕਰ ਜਾਂਦੇ ਨੇ, ਜਾਂ ਉਹਨਾਂ ਨੂੰ ਮੈਂ ਬੇਸ਼ੱਕ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਅੰਦੋਲਨ ਐਡਾ ਉਹਨੇ ਕਦੇ ਲੜਿਆ ਨਹੀਂ ਸੀ, ਸਾਨੂੰ ਹੁਣ ਵੱਡੇ ਅੰਦੋਲਨ ਦੇ ਹਾਮੀ ਬਣਨਾ ਪਊਗਾ। ਮੈਂ ਮੰਨਦਾ ਇਸ ਗੱਲ ਨੂੰ, ਅਸੀਂ ਐਡਾ ਅੰਦੋਲਨ ਕਦੇ ਲੜਿਆ ਨਹੀਂ ਸੀ, ਪਰ ਹੌਲੀ ਹੌਲੀ ਇੱਥੇ ਸਿੱਖਿਆ ਬਹੁਤ ਕੁਝ। ਅਸੀਂ ਵੀ ਪਹਿਲਾਂ ਸ਼ੁਰੂ ਚ ਆ ਕੇ 1-2 ਵਾਰ ਕੋਈ ਸ਼ਬਦ ਬੋਲੇ, ਪਰ ਉੱਤੇ ਕੰਟਰੋਲ ਕੀਤਾ, ਆਪਣੀ ਜ਼ੁਬਾਨ ਤੇ ਲਗਾਮ ਲਾਈ ਵੀ ਯਾਰ ਆਪਣੇ ਲਈ ਆ ਠੀਕ ਨਹੀਂ, ਆਪਾਂ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ। ਸੋ ਇਦਾਂ ਦੇ ਜਿਹੜੇ ਕਾਲੇ ਪੰਜ ਬਿਆਨ ਦੇ ਦੇਣੇ, ਮੈਂ ਤਾਂ ਸਟੇਜ ਤੋਂ ਵੀ ਕਿਹਾ ਬਹੁਤ ਵਾਰੀ ਕਿ ਵੱਡੇ ਆਗੂਆਂ ਨੂੰ ਵੀ ਬੇਨਤੀ ਆ ਵੀ ਆਪਣੀ ਜ਼ੁਬਾਨ ਤੇ ਲਗਾਮ ਦੇਣ, ਫਾਲਤੂ ਗੱਲ ਨਾ ਕਰਨ। ਪਰ ਚਲੋ ਜੇ ਉਹਨਾਂ ਦਾ ਕੋਈ ਪਰਸਨਲੀ ਬਿਆਨ ਆ, ਸੀਨੀਅਰ ਆਗੂ ਨੇ, ਉਹ ਉਹਦਾ ਤਾਂ ਸਪਸ਼ਟੀਕਰਨ ਉਹੀ ਦੇਣਗੇ। ਮੈਂ ਤਾਂ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਗੁਰਪੁਰਬ ਵਾਲੇ ਦਿਨ ਇਹ ਜੇਕਰ ਸਾਡੀ ਕੌਮ ਨਾਲ ਜੋੜਤਾ ਤੇ ਇਹਦੇ ਨਾਲ ਸਿੱਖ ਕੌਮ ਦਾ ਜਿਹੜਾ ਚਿਹਰਾ ਉਹ ਬਹੁਤ ਵੱਡਾ ਹੋਇਆ ਪੂਰੇ ਵਰਲਡ ਦੇ ਵਿੱਚ, ਕਿਉਂਕਿ ਉਹਨਾਂ ਨੇ ਸਿੱਖ ਸੈਂਟੀਮੈਂਟ ਨਾਲ ਜੋੜਿਆ ਇਹਨੂੰ। ਤਾਂ ਜੇਕਰ ਅੱਜ ਸਰਕਾਰ, ਐਡੀ ਸਰਕਾਰ ਜਿਹੜੀ ਤਾਕਤਵਰ ਸਰਕਾਰ ਹੈ, ਉਹ ਸਿੱਖ ਸੈਂਟੀਮੈਂਟ ਨਾਲ ਜੋੜਦੀ ਹੈ, ਇਹਦਾ ਮਤਲਬ ਉਹ ਸਿੱਖਾਂ ਦੇ ਮੂਹਰੇ ਸਿਰ ਝੁਕਾਉਂਦੀ ਹੈ। ਤੇ ਫਿਰ ਸਾਨੂੰ ਕੁਛ ਨਾ ਕੁਛ ਤਾਂ ਇਹਨੂੰ ਸਵੀਕਾਰ ਕਰਨਾ ਚਾਹੀਦਾ ਕਿ ਆਪਣੀ ਕੌਮ ਦਾ, ਆਪਣੇ ਪੰਜਾਬ ਦਾ ਸਿਰ ਉੱਚਾ ਹੋਇਆ। ਇਹ ਤੇ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ। ਜੇ ਕੋਈ ਕਿੰਤੂ ਪਰੰਤੂ ਕਰਦਾ ਆਗੂ, ਅਸੀਂ ਤਾਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਇੰਜ ਨਾ ਕਰੋ। ਬਿਲਕੁਲ, ਤਾਂ ਜਿੱਦਾਂ ਬਹੁਤ ਸਾਰੇ ਲੀਡਰ ਪਹਿਲਾਂ ਵੀ, ਅਸੀਂ ਬਹੁਤਾ ਨਹੀਂ ਫਿਰ ਉਧਰ ਜਾਣਾ, ਜਿੱਦਾਂ ਰਾਜੇਵਾਲ ਸਾਹਿਬ ਨੇ ਤਾਂ ਉਦੋਂ ਮਾਹੌਲ ਬੜਾ ਇੱਥੇ ਸੁਖਾਲਾ ਸੀ, ਉਦੋਂ ਕਹਿੰਦਾ ਸੀ ਵੀ ਨਿਸ਼ਾਨ ਲਾ ਲਓ, ਔਰ ਫਿਰ ਬਾਅਦ ਚ ਕਿਹਾ ਨਿਸ਼ਾਨ ਲਾ ਲਓ। ਜੋਗਿੰਦਰ ਯਾਦਵ ਨੇ ਕਿਹਾ ਵੀ ਨਿਸ਼ਾਨ ਸਾਹਿਬ ਲਾ ਲਓ, ਔਰ ਮੈਨੂੰ ਲੱਗਦਾ ਵੀ ਨਿਹੰਗ ਸਿੰਘ ਉੱਥੇ ਬੈਠੇ ਨਾ ਹੁੰਦੇ ਤਾਂ ਸਾਰੇ ਟੈਂਟ ਹੀ ਛੱਡ ਦਿੰਦੇ। 28-29 ਤਰੀਕ ਨੂੰ ਜਿਹੜੀ ਭਗਵੀਂ ਗੁੰਡਿਆਂ ਦੀ ਭੀੜ ਆਈ ਸੀਗੀ। ਤਾਂ ਜੇ ਕਿਸੇ ਦੀ ਨਿੱਜੀ ਤੌਰ ਤੇ ਜਾਂ ਕੋਈ ਸਮਾਜਿਕ ਤੌਰ ਤੇ ਜਾਂ ਪਿੱਛੋਂ ਪਿੰਡੋਂ ਕਿਸੇ ਦੀ, ਕਿਸੇ ਸਿੱਖ ਸੰਸਥਾ ਨਾਲ, ਕਿਸੇ ਸਿੱਖ ਚਿਹਰੇ ਨਾਲ, ਸਿੱਖ ਲੀਡਰ ਨਾਲ, ਕਿਸੇ ਸਿੱਖ ਪਾਰਟੀ ਨਾਲ ਤੁਹਾਡੇ ਨਾਲ ਕੋਈ ਹੈ ਨਿੱਜੀ ਰੰਜਿਸ਼, ਤੁਸੀਂ ਉਹ ਘਰੇ ਰੱਖੋ, ਆਪਦੀ ਪਰੇ ਰੱਖੋ, ਪਰ ਇਸ ਸੰਘਰਸ਼ ਦੇ ਵਿੱਚ ਜਿਹੜੀ ਹੈਗੀ ਆ ਉਹ ਗੱਲ ਨੂੰ ਲੈ ਕੇ ਨਾ ਆਓ। ਹੁਣ ਪੰਜਾਬ ਜਾਣਾ ਜੀ, ਤੁਸੀਂ ਵੀ ਜਾਣਾ, ਸਾਰਿਆਂ ਨੇ ਚੱਲ ਜਾਣਾ, ਤਾਂ ਚੋਣਾਂ ਨੇੜੇ ਹੈ, ਤੁਹਾਨੂੰ ਕੀ ਜਾਪਦਾ ਵੀ ਉੱਥੇ ਜਾ ਕੇ ਕਿਸਾਨ ਲੀਡਰਸ਼ਿਪ ਦਾ ਜਿਹੜਾ ਪੰਜਾਬ ਦੇ ਚੋਣ ਪ੍ਰਕਿਰਿਆ ਦੇ ਉੱਤੇ ਕਿੰਨਾ ਪ੍ਰਭਾਵ ਜਿਹੜਾ ਹੈਗਾ ਸਿਆਸੀ ਢਾਂਚਿਆਂ ਦੇ ਉੱਤੇ ਪਊਗਾ? ਦੇਖੋ, ਵੱਡਾ ਪ੍ਰਭਾਵ ਪਏਗਾ। ਪੰਜਾਬ ਦੇ ਲੋਕ ਵੇਖਣਾ ਚਾਹੁੰਦੇ ਨੇ, ਪੰਜਾਬ ਦੇ ਲੋਕ ਇਸ ਗੱਲ ਨੂੰ ਬੈਠੇ ਨੇ ਆਸ਼ਾ ਕਰਕੇ ਕਿ ਇਹ ਆਗੂ ਹੋਣ, ਇਹ ਸਾਨੂੰ ਕੋਈ ਸੁਨੇਹਾ ਦੇਣ। ਸੋ ਅਸੀਂ ਇਕੱਠੇ ਹੋ ਕੇ ਇੱਕ ਸੁਨੇਹਾ ਲਾਵਾਂਗੇ, ਐਸੀ ਕੋਈ ਗੱਲ ਨਹੀਂ ਵੀ ਕੀ ਕਰਨਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਉਹ ਇੱਕ ਮੀਟਿੰਗ ਕਰਾਂਗੇ। ਇਸ ਤੋਂ ਬਾਅਦ ਇਹ ਜ਼ਰੂਰੀ ਨਹੀਂ ਇਹ ਕੋਈ ਜਿਹੜੀਆਂ ਰਵੈਦੀ ਪਾਰਟੀਆਂ ਨੇ ਰਜਿਸਟਰੀ ਕਰਾਈ ਹੋਈ ਹੈ ਪੰਜਾਬ ਦੀ, ਆਪਣੇ ਨਾਲ ਨਹੀਂ। ਪੰਜਾਬ ਦਾ ਹੁਣ ਤੱਕ ਅੱਜ ਤੱਕ ਕੀਤਾ ਕੀ ਹੈ? ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜਾਇਆ। ਇਹਨਾਂ ਦੇ ਕੋਲ ਕੋਈ ਇਹ ਸਾਨੂੰ ਦੱਸਣ ਵੀ ਇਹਨਾਂ ਦੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਏਜੰਡਾ ਕਿ 3 ਲੱਖ ਕਰੋੜ ਦਾ ਕਰਜ਼ਾ ਲਾਵਾਂਗੇ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ। ਕਿਸਾਨ ਆਪ ਵੀ ਕੋਈ ਧੜਾ ਬਣਾ ਕੇ ਇਲੈਕਸ਼ਨ ਲੜ ਸਕਦੇ, ਜਿੱਦਾਂ ਉਹ ਗੱਲ ਕਹਿੰਦੇ ਵੀ ਆਪ ਵਾਲੇ ਰਾਜੇਵਾਲ ਨੂੰ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਕੋਈ ਕਰ ਰਿਹਾ, ਜਾਂ ਕੀ ਪਤਾ ਉਹ ਕਿਸਾਨ ਆਪ ਵੀ ਕੁਝ ਕਰ ਸਕਦੇ, ਜਿੱਦਾਂ ਚੜੂਨੀ ਸਾਹਿਬ ਨੇ ਕਿਹਾ ਹੋਇਆ ਪੰਜਾਬ 'ਚ ਇਸ ਤਰ੍ਹਾਂ ਦੀ ਅੰਦਰ ਗੱਲਬਾਤ ਚੱਲਦੀ। ਕੋਈ ਮੀਟਿੰਗ ਜਦੋਂ 5-5 ਘੰਟੇ ਚੱਲਦੀ ਆ, ਵਿੱਚ ਕੋਈ ਤਾਂ ਕਹਿੰਦਾ ਹੋਣਾ ਵੀ ਚੋਣਾਂ ਹੀ ਲੜ ਲਈਏ, ਕੋਈ ਪਿੱਛੋਂ ਕਈ ਵਾਰੀ ਲਾ ਲੈਂਦੇ ਸਾਹਿਬ। ਨਹੀਂ, ਹਲੇ ਤੱਕ ਇਦਾਂ ਦੀ ਕੋਈ ਗੱਲ ਨਹੀਂ ਕਿਸੇ ਵੱਲੋਂ ਆਈ, ਪਰ ਮੈਂ ਇਸ ਗੱਲ ਦਾ ਹਾਮੀ ਆ ਯਾਰ, ਇਹ ਕੀ ਗੱਲ ਹੈ? ਕਿਸਾਨ ਕਿਉਂ ਨਹੀਂ ਲੜ ਸਕਦਾ? ਮੈਂ ਨਹੀਂ ਇਲੈਕਸ਼ਨ ਲੜਨੀ। ਮੈਂ ਕਿਹਾ ਆ ਵੀ ਕਿਤੇ ਇਹ ਨਾ ਸਮਝ ਲੈਣ ਵੀ ਮਨਜੀਤ ਸਿੰਘ ਦੇ ਮਨ ਦੀ ਭਾਵਨਾ ਆਊਗੀ ਤਾਂ ਇਹ ਕਹਿ ਰਿਹਾ। ਮੈਂ ਕਲੀਅਰ ਕੱਟ ਕੇ ਨਾ, ਮੈਂ ਨਹੀਂ ਇਲੈਕਸ਼ਨ ਲੜਨੀ, ਪਰ ਮੈਂ ਕਹਿੰਦਾ ਕਿਉਂ ਨਹੀਂ ਕਿਸਾਨ ਲੜ ਸਕਦੇ ਭਾਈ? ਕਿਸਾਨ ਜੇ ਅੱਜ ਇੱਥੇ ਐਡੀ ਸਰਕਾਰ ਨੂੰ ਮੋੜਾ ਦੇ ਸਕਦੇ ਆ ਤੇ ਐਡੀ ਸਰਕਾਰ ਕੋਲ ਆਪਣੀਆਂ ਮੰਗਾਂ ਮਨਾ ਸਕਦੇ ਆ, ਆਪਣੇ ਕਿੱਤੇ ਦਾ ਭਲਾ ਕਰ ਸਕਦੇ ਆ, ਆਪਣੇ ਲੋਕਾਂ ਦਾ ਭਲਾ ਕਰ ਸਕਦੇ ਆ, ਤੇ ਆਪਣੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ? ਖੇਤਰੀ ਇੱਕ ਧਿਰ ਬਣਨੀ ਚਾਹੀਦੀ ਜਾਂ ਬਣ ਸਕਦੀ, ਤੁਹਾਡੀ ਇਹ ਹੈਗੀ ਹੈ ਰੀਝ ਵੀ ਜੇ ਬਣ ਜਾਵੇ ਤਾਂ ਚੰਗੀ ਆ। ਨਹੀਂ, ਮੈਂ ਕਿਹਾ ਓਪਨਲੀ ਕਿਹਾ ਕਿ ਜੇਕਰ ਸਾਡੇ ਕਿਸਾਨਾਂ ਚੋਂ ਕੋਈ ਤਕੜੇ ਹੋ ਕੇ ਕੋਈ ਗਰੁੱਪ ਬਣਾ ਕੇ ਕੋਈ ਇਲੈਕਸ਼ਨ ਲੜਨੀ ਚਾਹੇਗਾ, ਅਸੀਂ ਸਪੋਰਟ ਕਰਾਂਗੇ, ਡਟ ਕੇ ਤਕੜੇ ਹੋ ਕੇ ਸਪੋਰਟ ਕਰਾਂਗੇ। ਅਸੀਂ ਰੈਲੀਆਂ 'ਚ ਇਕੱਠ ਤਾਂ ਕਿਸਾਨਾਂ ਦਾ ਹੀ ਹੁੰਦਾ, ਕੋਈ ਦੁਕਾਨਦਾਰ ਥੋੜੀ ਕਿਤੇ ਦੁਕਾਨ ਬੰਦ ਕਰਕੇ ਰੈਲੀ। ਬਿਲਕੁਲ ਬਿਲਕੁਲ, ਅੱਜ ਲੋਕਾਂ ਦੀ ਮੰਗ ਹੈ, ਜਿਹੜੇ ਬਾਕੀ ਪਾਰਟੀਆਂ ਰਵਾਇਤੀ ਨਾਲ ਜੁੜੇ ਹੋਏ ਆ, ਸਾਨੂੰ ਕਹਿੰਦੇ ਨੇ ਸਾਨੂੰ ਦੱਸੋ ਜੀ, ਜੇ ਤਾਂ ਤੁਸੀਂ ਕੁਝ ਕਰਨਾ ਹੈ ਤੇ ਅਸੀਂ ਤੁਹਾਡੇ ਵੱਲ ਨੂੰ ਆਈਏ, ਨਹੀਂ ਤਾਂ ਫਿਰ ਅਸੀਂ ਵਾਪਸ ਜਾਈਏ, ਨਹੀਂ ਤਾਂ ਫਿਰ ਉਹਨਾਂ ਪਾਰਟੀਆਂ ਜਾਣਗੇ ਉਹ। ਸੋ ਇਹਦੇ ਵਾਸਤੇ ਕੋਈ ਨਾ ਕੋਈ ਮੈਸੇਜ ਜਿਹੜਾ ਆ ਉਹ ਆਪਾਂ ਅੰਦੋਲਨ ਨੂੰ ਜਿੱਤ ਲਈਏ, ਕੋਈ ਨਾ ਕੋਈ ਮੈਸੇਜ ਲਾਵਾਂਗੇ।
ਕੋਈ ਨਾ ਕੋਈ ਮੈਸੇਜ ਲਾਵਾਂਗੇ ਤੇ ਸਾਡੇ ਨਾਲ ਸਾਡੇ ਸੱਜਣ ਬੈਠੇ ਆ। 26 ਜਨਵਰੀ ਨੂੰ ਜਦੋਂ ਨਾ ਇੱਕ ਖਾਸ ਇੱਕ ਪੇਜ ਇੱਥੇ ਰਹੀ ਸੀ ਖਿੱਚ ਦਾ ਕੇਂਦਰ, ਇੱਕ ਵੱਡੀ ਮੇਰੇ ਖਿਆਲ ਕਿੰਨੇ 30 ਫੁੱਟੀ ਟਰਾਲੀ ਸੀ ਜੀ, ਉਹ 32 ਫੁੱਟੀ ਟਰਾਲੀ, ਉਹਦੇ ਵਿੱਚ ਟਰੈਕਟਰ ਟਰਾਲਾ, ਫਿਰ ਉਹਦੇ ਉੱਤੇ ਇੱਕ ਹੋਰ ਟਰੈਕਟਰ ਲੱਦਿਆ ਹੋਇਆ ਤੇ ਇਹਨਾਂ ਨੇ 26 ਨੂੰ ਇਹੋ ਜਿਹਾ ਦੁਆਬੇ ਵਾਲੇ ਸਾਰੇ ਕਿਸਾਨ ਬੈਠੇ, ਬੜਾ ਸੋਹਣਾ ਜਿਹੜਾ ਜਲੌ ਸੀਗਾ ਵੀ ਯਾਰ ਕਿੱਥੇ ਜੰਗ ਲੜਨ ਚੱਲੇ ਹੋ, ਜਿੱਥੋਂ ਟੱਪਦੀ ਹੋਊਗੀ ਲੋਕ ਮੂੰਹ ਟੱਡ ਕੇ ਵੇਖਦੇ ਹੋਣਗੇ ਵੀ ਕਿਆ ਬਾਤ ਆ। ਤਾਂ ਇੱਕ ਉਹ ਸਮਾਂ ਸੀਗਾ, ਕਿੰਨਾ ਪ੍ਰਭਾਵ ਉਹਨਾਂ ਚੀਜ਼ਾਂ ਦਾ, ਕਿਉਂਕਿ ਇੱਕ ਕਿਣਕੇ ਦਾ ਵੀ ਪ੍ਰਭਾਵ ਪਿਆ ਨੌਜਵਾਨਾਂ ਦਾ, ਉਹਨਾਂ ਟਰੈਕਟਰ ਰੈਲੀਆਂ ਦਾ, ਉਹਨਾਂ ਸਾਰਿਆਂ ਕੁਝ ਦਾ ਪ੍ਰਭਾਵ ਪਿਆ, ਤਾਂ ਜਿਹੜੀ ਅੱਜ ਜਿੱਤ ਦੇ ਨੇੜੇ ਅਸੀਂ ਪਹੁੰਚੇ ਹਾਂ। ਦੇਖੋ ਜਿਹੜਾ ਇਹ ਅੰਦੋਲਨ ਅੱਜ ਐਨ ਬਿਲਕੁਲ ਜਿੱਤ ਦੇ ਸਿਰੇ ਤੇ ਆ, ਉਹਦੇ ਵਿੱਚ ਬਹੁਤ ਵੱਡਾ ਕਾਰਨ ਇਹ ਨੌਜਵਾਨਾਂ ਦਾ ਵੀ ਸਾਥ ਰਿਹਾ ਆ। ਇਹ ਜਿਹੜਾ ਅੰਦੋਲਨ ਸੀ ਇਹ ਨੌਜਵਾਨਾਂ ਦੇ ਆ ਜੋਸ਼ ਤੇ ਹੋਸ਼ ਤੇ ਹੁਣ ਜਿਹੜਾ ਸੀ ਤਜਰਬਾ ਸਾਡੇ ਆਗੂਆਂ ਦਾ, ਉਹਨੇ ਇਹ ਅੰਦੋਲਨ ਨੂੰ ਇੱਥੇ ਲਿਆਂਦਾ, ਤਾਂ ਐਡੀ ਜਿੱਤ ਜਿਹੜੀ ਆ ਸਿਰਾ ਵੱਜਣ ਸਾਡੇ ਪੰਜਾਬ ਦੇ ਸਾਥੀਆਂ ਤੇ ਪੰਜਾਬ ਦੇ ਕਿਸਾਨਾਂ ਤੇ ਦੇਸ਼ ਦੇ ਕਿਸਾਨਾਂ ਦੇ ਸਿਰ ਵੱਜਣ ਜਾ ਰਿਹਾ ਆ। ਤੇ ਉਹ ਖਿੱਚ ਦੇ ਕੇਂਦਰ ਉਦੋਂ ਲੋਕਾਂ 'ਚ ਉਤਸ਼ਾਹ ਬਹੁਤ ਸੀ, ਸ਼ਕਤੀ ਬਹੁਤ ਸੀ, ਉਹ ਸ਼ਕਤੀ ਜਿਹੜੀ ਆ ਉਹਦੇ ਨਾਲ ਹੀ ਆ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਇੱਥੇ ਬੈਠੀਆਂ ਤੇ ਅੱਜ ਜਿੱਤ ਦੇ ਕਿਨਾਰੇ ਤੇ ਖੜੀਆਂ। ਹੁਣ ਇੱਥੋਂ ਜਿੱਤ ਕੇ ਪਿੰਡਾਂ ਨੂੰ ਜਾਣਾ, ਥੋੜੇ ਦਿਨਾਂ ਤੱਕ ਗੁਰੂ ਭਲੀ ਕਰੇ ਛੇਤੀ ਜਾਈਏ। ਔਰ ਜਿਵੇਂ ਉਦੋਂ 26 ਨੂੰ ਕਾਫਲੇ ਬਣ ਕੇ ਇੱਧਰ ਨੂੰ ਲੋਕ ਆਏ ਸੀ, ਡੀਜੇ ਲਾ ਕੇ ਵਾਰਾਂ ਗਾਉਂਦੇ, ਚੌੜੇ ਟਾਇਰਾਂ ਵਾਲੇ ਟਰੈਕਟਰ ਜਿਹੜੇ ਕਹਿੰਦੇ ਵੀ ਦੇਖ ਕੇ ਲੱਗਦਾ ਵੀ ਟੈਂਕ ਆ ਕਿ ਟਰੈਕਟਰ ਆ, ਔਰ ਜਿਹਨੂੰ ਦੇਖ ਕੇ ਜਿਹੜਾ ਭਾਰਤੀ ਮੀਡੀਆ ਉਹ ਹੈਰਾਨ ਹੋ ਗਿਆ ਸੀਗਾ, ਕਿਉਂਕਿ ਉਹਨਾਂ ਨੇ ਬਿਹਾਰ ਦੇ ਯੂਪੀ ਦੇ ਉਹ ਗਰੀਬੜੇ ਕਿਸਾਨ ਦੇਖੇ ਜਿਨ੍ਹਾਂ ਦੀਆਂ ਪੱਗਾਂ ਪਾਟੀਆਂ, ਕਿਰਤੀ ਵਿਚਾਰੇ ਭਗਤ ਬੰਦੇ, ਜਿਨ੍ਹਾਂ ਨੂੰ ਨਾ ਐਮਐਸਪੀ ਮਿਲਦੀ ਹੈ, ਜਿਨ੍ਹਾਂ ਨੂੰ ਉਹ ਕਿਸੇ ਨੂੰ 50 ਰੁਪਏ ਕਿਸੇ ਨੂੰ 60 ਰੁਪਏ ਦਿਹਾੜੀ ਮਿਲਦੀ ਹੈ, ਐਡੇ ਬੁਰੇ ਹਾਲ। ਪਰ ਪੰਜਾਬ 'ਚ ਸੱਚੇ ਪਾਤਸ਼ਾਹ ਦੀ ਕਿਰਪਾ, ਅਗਲੇ ਕੋਲ ਭਲਾ ਰੋਟੀ ਨਾ ਪਰ ਸੋਹਣਾ ਖਾਂਦਾ, ਸੋਹਣਾ ਹਣਾਉਂਦਾ, ਅਣਖ ਨਾਲ ਜਿਉਂਦਾ ਪੰਜਾਬ ਦਾ ਕਿਸਾਨ, ਹਰਿਆਣਾ ਦਾ ਕਿਸਾਨ। ਤਾਂ ਉਸੇ ਤਰ੍ਹਾਂ ਹੀ ਜਿਹੜਾ ਫਿਰ ਜਾਹੋ ਜਲਾਉਣ ਨਾਲ ਵਾਪਸ ਜਾਇਆ ਜਾਊਗਾ। ਦੇਖੋ ਇਹ ਜਿਹੜਾ ਸੰਘਰਸ਼ ਜਿੱਤਿਆ ਨਾ, ਇਹ ਕੋਈ ਬਹੁਤ ਆਪਾਂ ਕਹੀਏ ਵੀ ਉਦਾਂ ਦੀ ਗੱਲ, ਛੋਟੀ ਗੱਲ ਨਹੀਂ ਇਹਨੂੰ ਕਹਿ ਸਕਦੇ। ਇਸ ਜਿੱਤ ਦਾ ਜਿੱਦਣ ਹੀ ਪੀਐਮ ਮੋਦੀ ਸਾਹਿਬ ਨੂੰ ਐਲਾਨ ਕਰਨਾ ਪਿਆ, ਇਹ ਤਾਂ ਸਾਡੇ, ਤੁਸੀਂ ਪੰਜਾਬ ਦੀ ਗੱਲ ਕਰਦੇ ਆ, ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਭੰਗੜੇ ਪੈ ਗਏ ਵਰਲਡ ਦੇ ਵਿੱਚ, ਕਿਉਂਕਿ ਇਹ ਅੰਦੋਲਨ ਜਿਹੜਾ ਸੀ ਕੋਈ ਪੰਜਾਬ ਤੋਂ ਬੇਸ਼ੱਕ ਚੱਲਿਆ ਸੀ, ਪਰ ਅੰਦੋਲਨ ਵਰਲਡ ਦਾ ਬਣ ਗਿਆ ਸੀ। ਸਾਡੇ ਜਿੱਦਾਂ ਮੇਰੇ ਵੱਡੇ ਵੀਰ ਰਾਜ ਸਾਹਿਬ ਨੇ ਦੱਸਿਆ ਬਈ ਸਾਡੇ ਐਨਆਰਆਈ ਭਰਾ ਜਿਹੜੇ 12 ਘੰਟੇ ਟਰੱਕ ਚਲਾਉਂਦੇ ਸੀ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੀ, ਉਹਨੇ 18 ਘੰਟੇ ਕੰਮ ਕਰ ਦਿੱਤਾ ਬਈ ਅਸੀਂ ਅੰਦੋਲਨ ਦੇ ਵਿੱਚ ਇਹ ਪੈਸੇ ਵਾਧੂ ਕੰਮ ਕਰਕੇ ਭੇਜਣੇ ਆ, ਬਈ ਸਾਡੇ ਉੱਥੇ ਜਿਹੜੇ ਵੀਰ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਸਾਡੇ ਨੌਜਵਾਨ ਬੈਠੇ ਆ, ਉਹਨਾਂ ਨੂੰ ਕਮੀ ਨਾ ਆਵੇ। ਉਹਨਾਂ ਦਾ ਯੋਗਦਾਨ ਅਸੀਂ ਭੁਲਾ ਨਹੀਂ ਸਕਦੇ। ਸਾਡੇ ਜਿਹੜੇ ਬਜ਼ੁਰਗ ਇੱਥੇ ਪਹਿਲੇ ਦਿਨ ਤੋਂ ਡਟੇ ਸੀ, ਉਹਨਾਂ ਨੂੰ ਅਸੀਂ ਜਿੰਨਾ ਵੀ ਨਸਮਤਕ ਹੋਈਏ ਉਨਾ ਥੋੜਾ ਆ। ਤੁਹਾਡਾ ਇੱਕ ਦੁਆਬੇ ਵਾਲਿਆਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਹੈਗਾ ਉਹ ਗਰੁੱਪ ਬਾਹਰ ਬੈਠਾ ਹੈ, ਤੁਹਾਡੇ ਪਰਿਵਾਰਾਂ ਚੋਂ ਹੀ ਹੋਣੇ, ਕਿਸੇ ਦਾ ਭੂਆ, ਕਿਸੇ ਦਾ ਭਤੀਜਾ, ਕਿਸੇ ਦੀ ਭਤੀਜੀ, ਮਾਲਵੇ ਵਾਲੇ ਤਾਂ ਅਜੇ 8-10 ਸਾਲ ਹੀ ਹੋਏ ਜਾਣ ਲੱਗੇ ਆ। ਤਾਂ ਵਿਦੇਸ਼ਾਂ ਦਾ ਜਿਹੜਾ ਇੰਨਾ ਵੱਡਾ ਸਾਥ ਰਿਹਾ, ਜਿੱਦਾਂ ਇੱਕ ਕੁੜੀ ਸਹੁਰੇ ਚੱਲ ਜਾਵੇ ਉਹਨੂੰ ਪੇਕੇ ਦਾ ਫਿਕਰ ਹੁੰਦਾ, ਤਾਂ ਉਹਨਾਂ ਦੀ ਕਿੰਨੀ ਰੀਝ ਆ ਪੰਜਾਬ ਨੂੰ ਖੁਸ਼ਹਾਲ ਦੇਖਣ ਦੀ, ਪੰਜਾਬ ਦੀ ਖੁਸ਼ਹਾਲੀ ਨੂੰ ਆਜ਼ਾਦ ਔਰ ਆਪਣੇ ਪੈਰਾਂ ਸਿਰ ਪੂਰਨ ਤੌਰ ਤੇ ਦੇਖਣ ਦੀ। ਦੇਖੋ ਸਾਡੇ ਵੀਰ ਭਾਵੇਂ ਜਿੱਦਾਂ ਪਹਿਲਾਂ ਗੱਲ ਤੁਸੀਂ ਸ਼ੁਰੂ ਕੀਤੀ ਆ, ਬਹੁਤ ਲੰਮੇ ਟਾਈਮ ਤੋਂ ਅਸੀਂ ਵਿਦੇਸ਼ਾਂ 'ਚ ਦੁਆਬੇ ਵਾਲੇ ਬੈਠੇ ਆ, ਪਰ ਪਿੱਛੇ ਉਹਨਾਂ ਦੇ ਏਡੇ ਜਿਹੜੀਆਂ ਕੋਠੀਆਂ ਬਣਾਈਆਂ ਸੀ, ਉਹ ਤਾਈਓ ਬਣਾਈਆਂ ਸੀ ਵੀ ਅਸੀਂ ਆਪਣੇ ਪਿਛੋਕੜ ਨਾਲ ਜੁੜੇ ਰਹੀਏ। ਪਿਛੋਕੜ ਦੇ ਨਾਲ ਇੱਕ ਅੱਧਾ ਪਰਿਵਾਰ ਜਿਹੜਾ ਕੋਈ ਵੱਡਾ ਪਰਿਵਾਰ ਗਿਆ, ਉਹ ਆਪਣੇ ਇੱਕ ਪਰਿਵਾਰ ਨੂੰ ਇੱਥੇ ਸੈੱਟ ਕਰਕੇ ਜਾਂਦੇ ਸੀ ਵੀ ਸਾਡਾ ਆਉਣਾ ਜਾਣਾ ਲੱਗਾ ਰਵੇ, ਅਸੀਂ ਆਪਣੇ ਪਿਛੋਕੜ ਨਾਲ ਜੁੜੇ ਰਹੀਏ। ਇਸ ਅੰਦੋਲਨ ਨੂੰ ਉਹ ਜ਼ਮੀਨ ਸੀ, ਅੱਜ ਵੀ ਉਹ ਜ਼ਮੀਨ ਨੂੰ ਮਾਣ ਸਮਝਦੇ ਆ, ਉਹਨੂੰ ਬਚਾਉਣ ਲਈ ਉਹ ਅੱਜ ਵੀ ਜੁੜੇ ਸੀ। ਤਾਂ ਉਹਨਾਂ ਦੀ ਮਿਹਨਤ ਸਾਡੇ ਨਾਲ ਜੁੜ ਕੇ ਉਹਦੀ ਮੋਢੇ ਨਾਲ ਮੋਢਾ ਲਾਇਆ, ਉਹ ਰੰਗ ਲਿਆਈ ਆ, ਤੇ ਅੱਜ ਜਿਹੜਾ ਅਸੀਂ ਅੰਦੋਲਨ ਜਿੱਤੇ ਆ। ਤਾਂ ਅੰਦੋਲਨ ਜਿੱਤਣ ਦੇ ਵਿੱਚ ਵਿਸ਼ਵ ਭਰ ਦੇ ਲੋਕਾਂ ਦਾ ਖਾਸ ਕਰਕੇ ਜਿਹੜਾ, ਕਿਉਂਕਿ ਬੈਕਅਪ ਹੋਵੇ ਨਾ ਤੇ ਫਿਰ ਬੰਦਾ ਪ੍ਰਵਾਹ ਨਹੀਂ ਕਰਦਾ। ਜੇ ਬੈਕਅਪ ਹੀ ਨਾ ਹੋਵੇ, ਕੋਲੇ ਥੋੜਾ ਜਿਹਾ ਕੋਈ ਖਜ਼ਾਨਾ ਹੋਵੇ, ਥੋੜੇ ਪੈਸੇ ਹੋਣ ਤੇ ਲੰਮੇ ਕਿਸੇ ਯਾਤਰਾ ਤੇ ਨਿਕਲ ਵੀ ਫਿਰ ਡਰ ਰਹਿੰਦਾ ਯਾਰ ਜਾਣਾ ਤੇ ਕਿਵੇਂ ਲੜਾਂਗੇ। ਔਰ ਜਦੋਂ ਬੈਕਅਪ 5-6 ਮਹੀਨੇ ਦਾ ਸੀਗਾ, ਪਰ ਉਹ ਆਟਾ ਦਾਲ ਫੁਲਕੇ ਦਾ ਸੀਗਾ, ਫਿਰ ਬਦਾਮ ਆਏ 40-40 ਕੁਇੰਟਲ, ਘਰਾਂ 'ਚ ਬੈਠੇ ਲੋਕ ਮੂੰਗਫਲੀਆਂ ਖਾਂਦੇ ਸੀ, ਬਾਰਡਰਾਂ ਦੇ ਬੈਠੇ ਬਦਾਮ ਖਾਂਦੇ ਸੀ, ਫਿਰ ਗੀਤ ਬਣੇ, ਕੀ ਕੁਝ ਬਣਿਆ ਹਨਾ। ਘਰੇ ਬੇਸ਼ੱਕ ਬੰਦਾ ਠੰਡੇ ਪਾਣੀ ਨਾਲ ਨਹਾਉਂਦਾ ਹੋਵੇ, ਪਰ ਇੱਥੇ ਗੀਜ਼ਰ ਹੀਟਰ ਜਿਹੜੇ ਆ ਉਹ ਵਿਦੇਸ਼ਾਂ 'ਚੋਂ ਆ, ਜੋ ਸਰਕਾਰ ਨੇ ਵੀ ਕਿਹਾ ਨਾ ਵੀ ਫਿਰ ਪੈਸਾ ਕਿੱਥੋਂ ਆ ਰਿਹਾ, ਪਰ ਉਹਨਾਂ ਨੂੰ ਪਤਾ ਨਹੀਂ ਜਿਹੜੇ ਇਹਨਾਂ ਦੇ ਪੁੱਤ ਧੀਆਂ ਨਿੱਕੀ ਉਮਰੇ ਆ, ਜੇ ਮੁੱਛ ਫੁੱਟ ਦੇ ਜਿਹੜੇ ਨੌਜਵਾਨ ਆ, ਨਿੱਕੀਆਂ ਧੀਆਂ ਜੇ ਉਹ 12ਵੀਂ ਕਰਕੇ ਬਾਹਰ ਚੱਲ ਜਾਂਦੇ ਆ, ਪਰ ਉਹਨਾਂ ਨੂੰ ਫਿਕਰ ਆ ਆਪਦੇ ਦੇਸ਼ ਪੰਜਾਬ ਦਾ ਫਿਕਰ ਆ। ਉਹ ਚਾਹੁੰਦੇ ਆ ਬੇਸ਼ੱਕ ਉਹਨਾਂ ਨੇ ਸ਼ਾਇਦ ਮੁੜਨਾ ਵੀ ਨਾ ਹੋਵੇ ਇੱਥੇ ਹਾਲਾਤਾਂ ਕਰਕੇ, ਕਿਉਂਕਿ ਇੱਥੇ ਖੋਤੇ ਘੋੜੇ ਦਾ ਇੱਕ ਮੁੱਲ ਆ, ਉੱਥੇ ਘੋੜੇ ਦਾ ਘੋੜਾ ਤੇ ਖੋਤੇ ਦਾ ਮੁੱਲ ਆ। ਇਸ ਕਰਕੇ ਉਹਨਾਂ ਨੂੰ ਚਿੰਤਾ ਜ਼ਰੂਰ ਹੈ ਆਪਦੇ ਪੰਜਾਬ ਦੀ, ਆਪਣੇ ਪੰਜਾਬ ਦੇ ਲੋਕਾਂ ਦੀ, ਆਪਣੀ ਕਿਸਾਨੀ ਦੀ, ਜਿਹੜਾ ਸਾਡਾ ਪੇਕਾ ਪੰਜਾਬ ਆ ਉਹ ਖੁਸ਼ਹਾਲ ਰਵੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।